हेलो। हेलो। आवाज आ रही मेरी? ਹਾਂਜੀ ਸਰ ਆਉਂਦੀ ਪਈ। किचन विच कौन काम कर रहा हुण? माइक म्यूट कर लो अपन। अमरजोत। हाँ जी, गुड इवनिंग टू ऑल। माइक सब दे म्यूट होने लगे आ। ओके। सो कल ਆਪਾਂ ਮੈਡੀਵਲ ਹਿਸਟਰੀ ਦੇ ਸੈਕੰਡ ਚੈਪਟਰ ਬਾਰੇ ਡਿਸਕਸ ਕਰ ਰਹੇ ਸੀ। ਉੱਥੋਂ ਹੀ ਸਟਾਰਟ ਕਰਾਂਗੇ। ਸੈਕੰਡ ਚੈਪਟਰ ਦਾ ਜੋ ਹੈ ਚੋਲ ਕਾਲ ਤੋਂ ਆਪਾਂ ਕਰਨਾ ਸੀ। ਚੋਲ ਕਾਲ ਰਹਿ ਚੁੱਕਿਆ ਸੀ, ਉੱਥੋਂ ਆਪਾਂ ਸਟਾਰਟ ਕਰਾਂਗੇ। हाँ जी, एक बार कंफर्म कर दो ऑडियो मेरी क्लीयर आ रही है ना, क्योंकि बाद च ना होए कि बार बार कट के आए फिर दिक्कत होती है। ओके। हाँ जी, जो चोल राजवंश सी ਉਹਨਾਂ ਦਾ ਸ਼ਾਸਨ ਸੀ ਉਰੇਯੂਰ ਤੋਂ ਲੈ ਕੇ ਤੰਜਾਵੁਰ ਤੱਕ। ਠੀਕ ਹੈ, ਚੋਲ ਰਾਜਵੰਸ਼ ਨੇ ਉਰੇਯੂਰ ਤੋਂ ਲੈ ਕੇ ਤੱਕ ਜੋ ਹੈ ਸ਼ਾਸਨ ਕੀਤਾ। ਔਰ ਇਹ ਕਿੱਥੋਂ ਦਾ ਖੇਤਰ ਸੀ? ਕੇਰਲ ਡੈਲਟਾ ਵਿੱਚ ਮੁਟਿਆਰ ਨਾਮ ਦੇ ਨਾਲ ਇੱਕ ਪ੍ਰਸਿੱਧ ਛੋਟੇ ਜਿਹੇ ਪਰਿਵਾਰ ਦੀ ਸੱਤਾ ਸੀ। ਉਹ ਕੰਚੀਪੁਰਮ ਦੇ ਪੱਲਵ ਰਾਜਿਆਂ ਦੇ ਅਧੀਨ ਸੀ। ਠੀਕ ਹੈ, ਸਾਮੰਤ ਸੀ। ਜਿਵੇਂ ਆਪਾਂ ਪਹਿਲਾਂ ਮੈਂ ਪਿਛਲੀ ਕਲਾਸ ਦੇ ਵਿੱਚ ਦੱਸਿਆ ਸੀ ਕਿ ਸਾਮੰਤ ਦਾ ਜੋ ਪ੍ਰਭਾਵ ਸੀ ਉਹ ਮੱਧਕਾਲੀਨ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਪੈ ਰਿਹਾ ਸੀ। ਇਸ ਲਈ ਜੋ ਚੋਲ ਸੀ ਉਹ ਮੁਟਿਆਰ ਦੇ ਨਾਮ ਦੇ ਇੱਕ ਪ੍ਰਸਿੱਧ ਛੋਟੇ ਜਿਹੇ ਪਰਿਵਾਰ ਦੀ ਸੱਤਾ ਸੀ ਕਾਵੇਰੀ ਡੈਲਟਾ ਦੇ ਵਿੱਚ। ਔਰ ਕੰਚੀਪੁਰਮ ਦੇ ਪੱਲਵ ਰਾਜਿਆਂ ਦੇ ਅਧੀਨ ਇਹ ਸਾਮੰਤ ਸੀ। ਉਰੇਯੂਰ ਦੇ ਚੋਲ ਵੰਸ਼ ਨੇ ਪ੍ਰਾਚੀਨ ਮੁਖੀਆ ਪਰਿਵਾਰ ਦੇ ਵਿਜੇ ਆਲਿਆ ਨੇ 9ਵੀਂ ਸਦੀ ਦੇ ਵਿੱਚ ਮੱਧ ਵਿੱਚ ਜੋ ਮੁਟਿਆਰ ਪਰਿਵਾਰ ਸੀ ਉਸ ਨੂੰ ਹਰਾ ਕੇ ਡੈਲਟਾ ਤੇ ਜਿੱਤ ਪ੍ਰਾਪਤ ਕਰ ਲਈ। ਕੀ ਹੋਇਆ ਕਿ ਕਾਵੇਰੀ ਡੈਲਟਾ ਦੇ ਉੱਪਰ ਜਿਸ ਪੱਲਵਾਂ ਦਾ ਸ਼ਾਸਨ ਸੀ ਉਸ ਛੋਟੇ ਜਿਹੇ ਪਰਿਵਾਰ ਦੇ ਰਾਜਾ ਇੱਕ ਵਿਜੇ ਆਲਿਆ ਨੇ 9ਵੀਂ ਸਦੀ ਦੇ ਵਿੱਚ ਇਹਨਾਂ ਨੂੰ ਹਰਾ ਕੇ ਕਾਵੇਰੀ ਡੈਲਟਾ ਦੇ ਉੱਪਰ ਆਪਣਾ ਸ਼ਾਸਨ ਜੋ ਹੈ ਜਮਾ ਲਿਆ। ਇੱਥੋਂ ਹੀ ਚੋਲ ਰਾਜਵੰਸ਼ ਦੀ ਜੋ ਹੈ ਸੱਤਾ ਸ਼ੁਰੂ ਹੋ ਗਈ। ਸੋ ਚੋਲ ਰਾਜਵੰਸ਼ ਦੀ ਸਥਾਪਨਾ ਕਰਨ ਵਾਲਾ ਕੌਣ ਸੀ? ਵਿਜੇ ਆਲਿਆ, ਜਿਸ ਨੇ 9ਵੀਂ ਸਦੀ ਦੇ ਵਿੱਚ ਚੋਲ ਰਾਜਵੰਸ਼ ਦੀ ਨੀਂਹ ਰੱਖੀ। ਸੋ ਅਗਰ ਤੁਹਾਨੂੰ ਕੁਐਸਚਨ ਆਏ ਕਿ ਚੋਲ ਰਾਜਵੰਸ਼ ਦਾ ਸੰਸਥਾਪਕ ਕੌਣ ਸੀ ਤਾਂ ਉਸ ਦਾ ਨਾਮ ਸੀ ਵਿਜੇ ਆਲਿਆ। ਵਿਜੇ ਆਲਿਆ ਨੇ ਕੀ ਕੀਤਾ ਕਿ ਤੰਜੂਵਰ ਸ਼ਹਿਰ ਦੇ ਵਿੱਚ ਨਿਸ਼ੁੰਭ ਸੁਦਨੀ ਦੇਵੀ ਦਾ ਮੰਦਿਰ ਬਣਾਇਆ। ਨਾਮ ਯਾਦ ਰੱਖ ਲਿਓ, ਜੋ ਵਿਜੇ ਆਲਿਆ ਚੋਲ ਰਾਜ ਦਾ ਸੰਸਥਾਪਕ ਸੀ ਉਸਨੇ ਤੰਜਾਵਰ ਸ਼ਹਿਰ ਦੇ ਵਿੱਚ ਨਿਸ਼ੁੰਭ ਸੁਦਨੀ ਨਾਮ ਦਾ ਇੱਕ ਮੰਦਿਰ ਬਣਵਾਇਆ। ਔਰ ਵਿਜੇ ਆਲਿਆ ਦੇ ਉੱਤਰਾਧਿਕਾਰੀਆਂ ਨੇ ਦੱਖਣ ਦੇ ਵਿੱਚ ਪਾਂਡਿਆਂ ਨੂੰ ਔਰ ਉੱਤਰ ਦੇ ਵਿੱਚ ਪੱਲਵਾਂ ਨੂੰ ਹਰਾ ਕੇ ਉਹਨਾਂ ਦਾ ਜੋ ਪ੍ਰਦੇਸ਼ ਸੀ ਉਹਨਾਂ ਉੱਪਰ ਜੋ ਹੈ ਅਧਿਕਾਰ ਕਰ ਲਿਆ। ਇਹ ਯਾਦ ਰੱਖ ਲਿਓ, ਜੋ ਬਲੂ ਵਾਲਾ ਦੱਖਣ ਦੇ ਵਿੱਚ ਪਾਂਡਿਆਂ ਦਾ ਸ਼ਾਸਨ ਸੀ ਔਰ ਉੱਤਰ ਦੇ ਵਿੱਚ ਪੱਲਵਾਂ ਦਾ ਸ਼ਾਸਨ ਸੀ। ਦੋਵਾਂ ਨੂੰ ਵਿਜੇ ਆਲਿਆ ਦੇ ਉੱਤਰਾਧਿਕਾਰੀਆਂ ਨੇ ਕੀ ਕੀਤਾ? ਹਰਾ ਕੇ ਉਹਨਾਂ ਦੇ ਸ਼ਾਸਨ ਖੇਤਰ ਨੂੰ ਆਪਣੇ ਰਾਜ ਦੇ ਵਿੱਚ ਮਿਲਾ ਲਿਆ। ਰਾਜਾ ਰਾਜ ਪਹਿਲਾ ਜੋ 985 ਈਸਵੀ ਦੇ ਵਿੱਚ ਰਾਜਾ ਬਣਿਆ ਉਹ ਇੱਕ ਸਭ ਤੋਂ ਮਹੱਤਵਪੂਰਨ ਸ਼ਕਤੀਸ਼ਾਲੀ ਚੋਲ ਸ਼ਾਸਕ ਮੰਨਿਆ ਗਿਆ ਹੈ। ਇਹਦਾ ਨਾਮ ਯਾਦ ਰੱਖ ਲਿਓ, ਅਗਰ ਕੁਐਸਚਨ ਆਏ ਸਭ ਤੋਂ ਸ਼ਕਤੀਸ਼ਾਲੀ ਚੋਲ ਸ਼ਾਸਕ ਕੌਣ ਸੀ ਤਾਂ ਉਹਨਾਂ ਦਾ ਨਾਮ ਸੀ ਰਾਜਾ ਰਾਜ ਪਹਿਲਾ। ਅਗਰ ਆਪਾਂ ਮੰਦਿਰ ਅਤੇ ਕਾਂਸੇ ਦੀ ਮੂਰਤੀ ਦੀ ਗੱਲ ਕਰੀਏ ਜੋ ਚੋਲ ਅਵਧੀ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਹੈ, ਰਾਜਾ ਰਾਜ ਅਤੇ ਰਾਜਿੰਦਰ ਪਹਿਲੇ ਨੇ ਤੰਜੋਵਰ ਗੰਗੋਈ ਕੋਂਡ ਚੋਲਪੁਰਮ ਵਿਖੇ ਬਹੁਤ ਸਾਰੇ ਮੰਦਿਰ ਬਣਵਾਏ। ਦੋ ਰਾਜੇ ਹੋਏ, ਇੱਕ ਰਾਜਾ ਰਾਜ ਔਰ ਇੱਕ ਰਾਜਿੰਦਰ ਪਹਿਲਾ, ਜਿਨ੍ਹਾਂ ਨੇ ਕੀ ਕੀਤਾ? ਤੰਜੂਵਰ ਅਤੇ ਗੰਗੋਈ ਕੋਂਡ ਚੋਲਪੁਰਮ ਵਿਖੇ ਬਹੁਤ ਸਾਰੇ ਮੰਦਿਰ ਬਣਵਾਏ। ਮੰਦਿਰ ਜੋ ਹੁਣ ਦੇ ਸਮੇਂ ਪੂਜਾ ਦੇ ਕੇਂਦਰ ਆ, ਉਸ ਸਮੇਂ ਸਿਰਫ ਪੂਜਾ ਦੇ ਕੇਂਦਰ ਨਹੀਂ ਸੀ ਬਲਕਿ ਉਹ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਜੀਵਨ ਦੇ ਵੀ ਕੇਂਦਰ ਸੀ। ਇਹ ਕਿਵੇਂ ਕੇਂਦਰ ਸੀ ਆਰਥਿਕ ਔਰ ਸਮਾਜਿਕ ਸੱਭਿਆਚਾਰਕ ਜੀਵਨ ਦੇ? ਕਿਉਂਕਿ ਆਰਥਿਕ ਪੱਖੋਂ ਜਿੰਨੀਆਂ ਵੀ ਮੰਦਿਰ ਦੇ ਆਲੇ ਦੁਆਲੇ ਜੋ ਦੁਕਾਨਾਂ ਲੱਗਦੀਆਂ ਸੀ ਉਹ ਸਮਾਜ ਦੀ ਸਭਿਅਤਾ ਨੂੰ ਆਰਥਿਕ ਪੱਖੋਂ ਅਮੀਰ ਕਰ ਰਹੀਆਂ ਸੀ। ਸਮਾਜਿਕ ਕੇਂਦਰ ਇਸ ਲਈ ਸੀ ਕਿ ਜਿੰਨੇ ਵੀ ਸਮਾਜਿਕ ਮੁੱਦੇ ਸਮਾਜ ਦੇ ਵਿੱਚ ਪੈਦਾ ਹੋ ਰਹੇ ਸੀ ਉਹਨਾਂ ਦੀ ਡਿਸਕਸ਼ਨ ਬਾਰੇ, ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾਏ, ਉਹਨਾਂ ਦੀ ਚਰਚਾ ਜੋ ਸੀ ਉਹ ਮੰਦਿਰਾਂ ਦੇ ਵਿੱਚ ਹੀ ਹੁੰਦੀ ਸੀ। ਸੱਭਿਆਚਾਰਕ ਜੀਵਨ ਦਾ ਕੇਂਦਰ ਤਾਂ ਆਪਣੇ ਆਪ ਹੀ ਹੋ ਗਏ ਕਿਉਂਕਿ ਇਹ ਸਮਾਜ ਦੇ ਰੀਤੀ ਰਿਵਾਜਾਂ ਨੂੰ ਬਦਲਣ ਦੇ ਵਿੱਚ ਮਦਦਗਾਰ ਸੀ।
ਠੀਕ ਹੈ। ਇਸ ਲਈ ਮੰਦਿਰ ਸਿਰਫ ਪੂਜਾ ਦੇ ਕੇਂਦਰ ਨਾ ਹੋ ਕੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਜੀਵਨ ਦੇ ਵੀ ਕੇਂਦਰ ਸੀ। ਨਾਲ ਹੀ ਮੰਦਿਰ ਦੇ ਆਸ-ਪਾਸ ਕੀ ਹੋਇਆ ਕਿ ਪੁਜਾਰੀਆਂ, ਜੋ ਮੰਦਿਰ ਦੇ ਵਿੱਚ ਪੂਜਾ ਕਰਨ ਵਾਲੇ ਪੁਜਾਰੀ ਸੀ, ਸੰਗੀਤਕਾਰ ਜੋ ਮੰਦਿਰ ਦੇ ਵਿੱਚ ਗਾਉਂਦੇ ਵਗੈਰਾ ਸੀ, ਇਸ ਤੋਂ ਇਲਾਵਾ ਜੋ ਨਾਚਕ ਜੋ ਨ੍ਰਿਤ ਕਰਦੇ ਸੀ ਮੰਦਿਰ ਦੇ ਵਿੱਚ, ਉਹਨਾਂ ਨੇ ਕੀ ਕੀਤਾ ਕਿ ਮੰਦਿਰਾਂ ਦੇ ਆਸ-ਪਾਸ ਜੋ ਹੈ ਬਸਤੀਆਂ ਬਣਾਉਣੀਆਂ ਸ਼ੁਰੂ ਕਰਤੀਆਂ। ਇਸ ਲਈ ਆਪਾਂ ਦੇਖਦੇ ਹਾਂ ਕਿ ਜਿੱਥੇ-ਜਿੱਥੇ ਵੀ ਪ੍ਰਸਿੱਧ ਮੰਦਿਰ ਆ, ਉਹਨਾਂ ਦੇ ਆਲੇ ਦੁਆਲੇ ਜੋ ਹੈ ਬਸਤੀਆਂ ਬਣੀਆਂ ਹੋਈਆਂ। ਔਰ ਜੋ ਮੰਦਿਰ ਵਾਲੇ ਪ੍ਰਸਿੱਧ ਮੰਦਿਰਾਂ ਵਾਲੇ ਸ਼ਹਿਰ ਆ, ਧਾਰਮਿਕ ਕੇਂਦਰ ਵਜੋਂ ਇਸ ਲਈ ਮਸ਼ਹੂਰ ਹੋਏ। ਜਿਵੇਂ ਆਪਾਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਕੀ ਹੈ, ਹਰਿਮੰਦਰ ਸਾਹਿਬ ਹੈ। ਠੀਕ ਹੈ, ਸਿੱਖਾਂ ਦਾ ਇੱਕ ਧਾਰਮਿਕ ਸਥਲ ਹੈ, ਮਹੱਤਵਪੂਰਨ ਧਾਰਮਿਕ ਸਥਲ ਹੈ। ਉਹਦੇ ਆਲੇ ਦੁਆਲੇ ਕੀ ਕੀਤਾ ਕਿ ਲੋਕਾਂ ਨੇ ਘਰ ਬਣਾਉਣੇ ਸ਼ੁਰੂ ਕਰਤੇ। ਇਸੇ ਕਰਕੇ ਕੀ ਹੋਇਆ, ਅੰਮ੍ਰਿਤਸਰ ਜੋ ਹੈ ਇੱਕ ਪ੍ਰਮੁੱਖ ਧਾਰਮਿਕ ਕੇਂਦਰ ਬਣ ਗਿਆ। ਐਵੇਂ ਹੀ ਭਾਰਤ ਦੇ ਵਿੱਚ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵਾਰਾਣਸੀ ਹੋ ਗਿਆ, ਮਥੁਰਾ ਹੋ ਗਿਆ, ਪਾਕਿਸਤਾਨ ਦੇ ਵਿੱਚ ਤਕਸ਼ਿਲਾ ਹੋ ਗਿਆ। ਠੀਕ ਹੈ, ਫਿਰ ਕੀ ਹੋਇਆ ਕਿ ਕਾਂਸੇ ਦੀਆਂ ਮੂਰਤੀਆਂ ਦੀ ਸ਼ਿਲਪਕਾਰੀ ਜੋ ਹੈ ਚੋਲ ਕਾਲ ਦੀਆਂ ਸਭ ਤੋਂ ਵੱਡੀ ਮਹੱਤਵਪੂਰਨ ਵਿਸ਼ੇਸ਼ਤਾ ਸੀ। ਇਹ ਕਿਵੇਂ ਸੀ ਵਿਸ਼ੇਸ਼ਤਾ? ਇੱਕ ਸ਼ਿਵ ਦੇ ਤਾਂਡਵ ਸਰੂਪ ਵਿੱਚ ਦਰਸਾਉਣ ਵਾਲੀ ਮੂਰਤੀ ਸੀ, ਜਿਹਨੂੰ ਨਟਰਾਜ ਦੀ ਮੂਰਤੀ ਕਿਹਾ ਜਾਂਦਾ ਹੈ। ਉਹ ਚੋਲ ਕਾਲ ਦੇ ਕਾਂਸੇ ਦੀਆਂ ਮੂਰਤੀਆਂ ਦੀ ਉੱਤਮ ਵਿਸ਼ੇਸ਼ਤਾ ਨੂੰ ਪ੍ਰਦਰਸ਼ਿਤ ਕਰਦੀ ਹੈ। ਠੀਕ ਹੈ, ਅਗਰ ਕੁਐਸਚਨ ਆਏ ਕਿ ਸ਼ਿਵ ਦੇ ਤਾਂਡਵ ਸਰੂਪ ਵਿੱਚ ਦਰਸਾਉਣ ਵਾਲੀ ਮੂਰਤੀ ਨਟਰਾਜ ਦੀ ਮੂਰਤੀ ਕਿਹੜੇ ਕਾਲ ਦੀ ਵਿਸ਼ੇਸ਼ਤਾ ਸੀ, ਤਾਂ ਉਹ ਚੋਲ ਕਾਲ ਦੀ ਵਿਸ਼ੇਸ਼ਤਾ ਸੀ, ਨਟਰਾਜ ਦੀ ਮੂਰਤੀ। ਇਹਦੇ ਵਿੱਚ ਕੀ ਹੋਇਆ ਕਿ ਸ਼ਿਵ ਨੂੰ ਤਾਂਡਵ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਮੂਰਤੀਆਂ ਦੇਵੀ ਦੇਵਤਿਆਂ ਅਤੇ ਭਗਤਾਵਾਂ ਦੀਆਂ ਵੀ ਸੀ। ਸਿਰਫ ਇਹ ਨਹੀਂ ਸੀ ਕਿ ਦੇਵੀ ਦੇਵਤਿਆਂ ਮਤਲਬ ਇੰਦਰ, ਵਿਸ਼ਨੂੰ, ਬ੍ਰਹਮਾ, ਮਹੇਸ਼, ਇਹਨਾਂ ਦੀਆਂ ਹੀ ਮੂਰਤੀਆਂ ਸੀ। ਇਹਨਾਂ ਦੇ ਨਾਲ ਭਗਤਾਂ ਦੀਆਂ ਵੀ ਮੂਰਤੀਆਂ ਸੀ ਜੋ ਪ੍ਰਸਿੱਧ ਭਗਤ ਹੋਏ। ਜਿਵੇਂ ਆਪਾਂ ਦੇਖਦੇ ਹਾਂ ਕਿ ਮੱਧਕਾਲ ਦੇ ਵਿੱਚ ਮੀਰਾ, ਰਵਿਦਾਸ, ਸੂਰਦਾਸ, ਐਵੇਂ ਦੇ ਪ੍ਰਸਿੱਧ ਭਗਤ ਹੋਏ, ਭਗਤ ਕਬੀਰ ਹੋਏ। ਇਹਨਾਂ ਵਰਗਿਆਂ ਦੀ ਵੀ ਮੂਰਤੀਆਂ ਜੋ ਸੀ ਉਹ ਸਥਾਪਨ ਕੀਤੀਆਂ ਗਈਆਂ। ਹਾਲਾਂਕਿ ਕਬੀਰ ਜੋ ਸੀ ਉਹ ਸੂਫੀ ਸੀ, ਉਹਨਾਂ ਦੀ ਮੂਰਤੀ ਆਪਾਂ ਨੂੰ ਦੇਖਣ ਨੂੰ ਬਹੁਤ ਘੱਟ ਮਿਲਦੀਆਂ, ਲੇਕਿਨ ਜੋ ਹਿੰਦੂ ਧਰਮ ਦੇ ਪ੍ਰਸਿੱਧ ਭਗਤ ਸੀ ਉਹਨਾਂ ਦੀਆਂ ਮੂਰਤੀਆਂ ਆਪਾਂ ਨੂੰ ਦੇਖਣ ਨੂੰ ਬਹੁਤ ਸਾਰੀਆਂ ਮਿਲਦੀਆਂ। ਇਸ ਤੋਂ ਇਲਾਵਾ ਆਪਾਂ ਕਰਦੇ ਹਾਂ ਖੇਤੀਬਾੜੀ ਅਤੇ ਸਿੰਚਾਈ ਦੇ ਵਿੱਚ ਚੋਲਾਂ ਨੇ ਕੀ ਵਿਕਾਸ ਕੀਤਾ। ਕਾਵੇਰੀ ਨਦੀ ਜੋ ਬੰਗਾਲ ਦੀ ਖਾੜੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਕਈ ਸ਼ਾਖਾਵਾਂ ਦੇ ਵਿੱਚ ਵੰਡੀ ਜਾਂਦੀ ਸੀ, ਔਰ ਪਾਣੀ ਜਮ੍ਹਾਂ ਹੋਣ ਕਰਕੇ ਆਲੇ ਦੁਆਲੇ ਦੇ ਖੇਤਰ ਨੂੰ ਕੀ ਕਰਦੀ ਸੀ, ਉਪਜਾਊ ਕਰ ਦਿੰਦੀ ਸੀ। ਕਿਉਂਕਿ ਕਾਵੇਰੀ ਨਦੀ, ਜਿਵੇਂ ਆ ਕਾਵੇਰੀ ਨਦੀ ਆ ਮੰਨ ਕੇ ਚੱਲੋ, ਇਹ ਇਸ ਤਰ੍ਹਾਂ ਕਈ ਸ਼ਾਖਾਵਾਂ ਦੇ ਵਿੱਚ ਵੰਡੀ ਜਾਂਦੀ ਸੀ। ਠੀਕ ਹੈ, ਔਰ ਸ਼ਾਖਾਵਾਂ ਦੇ ਵਿੱਚ ਵੰਡਣ ਕਰਕੇ ਕੀ ਹੋਇਆ ਕਿ ਜੋ ਆਸ-ਪਾਸ ਦਾ ਕਾਵੇਰੀ ਨਦੀ ਦੇ ਏਰੀਆ ਲੱਗਦਾ ਸੀ, ਉਸ ਨੂੰ ਕੀ ਕੀਤਾ, ਇਹਨੇ ਸਿੰਚਿਤ ਕਰਕੇ ਉਪਜਾਊ ਕਰਤਾ। ਫਿਰ ਇਸ ਤੋਂ ਇਲਾਵਾ ਚੋਲਾਂ ਨੇ ਕੀ ਕੀਤਾ ਕਿ ਜਿਹੜੀਆਂ ਸ਼ਾਖਾਵਾਂ ਕੇਰਲ ਨਦੀ ਦੇ ਆਲੇ ਦੁਆਲੇ ਨਿਕਲਦੀਆਂ ਸੀ, ਉਹਨਾਂ ਦੇ ਉੱਪਰ ਕੀ ਕੀਤਾ, ਡੈਮ ਬਣਾਤੇ। ਡੈਮ ਬਣਾ ਕੇ ਨਹਿਰਾਂ ਕੱਢੀਆਂ। ਨਹਿਰਾਂ ਕੱਢ ਕੇ ਹੋਰ ਵੀ ਜੋ ਵੀ ਚੋਲਾਂ ਦੇ ਨਾਲ ਪ੍ਰਦੇਸ਼ ਲੱਗਦੇ ਸੀ, ਚੋਲ ਸਾਮਰਾਜ ਦੇ ਵਿੱਚ ਖੇਤਰ ਸ਼ਾਮਿਲ ਸੀ, ਉਹਨਾਂ ਨਾਲ ਕੀ ਕੀਤਾ, ਨਹਿਰਾਂ ਨਾਲ ਸਿੰਚਾਈ ਕਰਨੀ ਸ਼ੁਰੂ ਕਰਤੀ। ਇਸ ਤੋਂ ਇਲਾਵਾ ਖੂਹਾਂ, ਝੀਲਾਂ ਜੋ ਸੀ ਉਹ ਵੀ ਸਿੰਚਾਈ ਦੇ ਪ੍ਰਮੁੱਖ ਸਾਧਨ ਸੀ। ਠੀਕ ਹੈ, ਤਮਿਲਨਾਡੂ ਦੇ ਆਸ-ਪਾਸ ਦੇ ਖੇਤਰ ਵਿੱਚ ਵੀ ਖੇਤੀਬਾੜੀ ਦਾ ਬਹੁਤ ਵਿਕਾਸ ਹੋਇਆ, ਕਿਉਂਕਿ ਜੋ ਤਮਿਲਨਾਡੂ ਪ੍ਰਦੇਸ਼ ਸੀ ਉਹ ਚੋਲ ਕਾਲ ਦੇ ਵਿੱਚ ਹੀ ਖੇਤੀਬਾੜੀ ਪੱਖੋਂ ਮਹੱਤਵਪੂਰਨ ਹੋਇਆ। ਇਸ ਤੋਂ ਇਲਾਵਾ ਆਪਾਂ ਚੋਲ ਸਾਮਰਾਜ ਦਾ ਪ੍ਰਬੰਧ ਦੇਖਦੇ ਹਾਂ। ਬਲਵੰਤ ਸਿੰਘ, ਸਿਰਫ ਹੈਲੋ ਹੈਲੋ ਨਾ ਕਹੋ, ਅਗਰ ਕੋਈ ਡਾਊਟ ਹੈ ਤਾਂ ਉਹ ਸਿੱਧਾ ਡਾਇਰੈਕਟ ਲਿਖੋ। ਚੋਲ ਸਾਮਰਾਜ ਦੇ ਵਿੱਚ ਪ੍ਰਬੰਧ ਦੇਖਦੇ ਹਾਂ। ਉਰ ਜੋ ਸੀ ਉਹ ਕਿਸਾਨਾਂ ਦੀਆਂ ਬਸਤੀਆਂ ਸੀ। ਤੁਹਾਨੂੰ ਇਹ ਪੁੱਛਿਆ ਜਾਏਗਾ ਕਿ ਕਿਸਾਨਾਂ ਦੀਆਂ ਬਸਤੀਆਂ ਨੂੰ ਚੋਲ ਸਾਮਰਾਜ ਦੇ ਵਿੱਚ ਕੀ ਕਿਹਾ ਜਾਂਦਾ ਸੀ, ਤਾਂ ਉਹਨਾਂ ਨੂੰ ਉਰ ਕਿਹਾ ਜਾਂਦਾ ਸੀ। ਪਿੰਡਾਂ ਦੇ ਸਮੂਹ ਨੂੰ ਨਾਡੂ ਕਿਹਾ ਜਾਂਦਾ ਸੀ। ਠੀਕ ਹੈ, ਇਹ ਦੋ ਨਾਮ ਯਾਦ ਰੱਖ ਲਿਓ। ਉਰ ਜੋ ਸੀ ਉਹ ਕਿਸਾਨਾਂ ਦੀਆਂ ਬਸਤੀਆਂ ਸੀ, ਔਰ ਨਾਡੂ ਜੋ ਸੀ ਉਹ ਪਿੰਡਾਂ ਦਾ ਸਮੂਹ ਸੀ। ਪਿੰਡਾਂ ਦੀ ਕੌਂਸਲ ਅਤੇ ਨਾਡੂ ਜੋ ਸੀ ਉਹ ਨਿਆਂ ਕਰਨ ਅਤੇ ਟੈਕਸ ਇਕੱਤਰ ਕਰਨ ਨੂੰ ਜੋ ਹੈ ਕੰਮ ਕਰਦੇ ਸੀ। ਜਿਵੇਂ ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਪੰਚਾਇਤਾਂ ਹੋਣ ਦੇ ਸਮੇਂ, ਉਸ ਸਮੇਂ ਪਿੰਡ ਦੀ ਕੌਂਸਲ ਹੁੰਦੀ ਸੀ, ਔਰ ਨਾਡੂ ਜੋ ਪਿੰਡਾਂ ਦਾ ਸਮੂਹ ਸੀ, ਉਹਨਾਂ ਦਾ ਕੀ ਕੰਮ ਸੀ, ਇੱਕ ਤਾਂ ਪੂਰੇ ਪਿੰਡਾਂ ਦੇ ਵਿੱਚੋਂ ਟੈਕਸ ਇਕੱਠਾ ਕਰਨਾ, ਠੀਕ ਹੈ, ਔਰ ਨਾਲ ਹੀ ਨਾਲ ਨਿਆਂ ਕਰਨਾ। ਇਸ ਤੋਂ ਇਲਾਵਾ ਜੋ ਨਾਡੂ ਸੀ, ਪਿੰਡਾਂ ਦਾ ਸਮੂਹ ਸੀ, ਜਿਹਨੂੰ ਹੁਣ ਆਪਾਂ ਪੰਚਾਇਤ ਸਮਿਤੀ ਕਹਿੰਦੇ ਆ, ਉਹਨਾਂ ਦਾ ਕੰਮ ਕਾਜਾਂ ਨੂੰ ਕੌਣ ਦੇਖਦਾ ਸੀ, ਵੇਲਾਲ ਦੇਖਦਾ ਸੀ। ਵੇਲਾਲ ਜਾਤੀ ਦੇ ਅਮੀਰ ਕਿਸਾਨ। ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਪੰਚਾਇਤ ਸਮਿਤੀ ਹੋਣ ਦੀ ਜੋ ਹੈ ਉਹਨਾਂ ਦੇ ਕੰਮ ਕਾਜ ਨੂੰ ਜ਼ਿਲ੍ਹਾ ਪਰਿਸ਼ਦ ਦੇਖਦੀ ਹੈ, ਉਵੇਂ ਹੀ ਨਾਡੂ ਦੇ ਕੰਮ ਕਾਜ ਨੂੰ ਵੇਲਾਲ ਜਾਤੀ ਦੇ ਅਮੀਰ ਦੇਖਦੇ ਸੀ। ਠੀਕ ਹੈ,
ਅਗਰ ਤੁਹਾਨੂੰ ਕੁਐਸਚਨ ਪੁੱਛਿਆ ਜਾਏ ਕਿ ਨਾਡੂ ਦੇ ਕੰਮ ਕਾਜਾਂ ਨੂੰ ਕੌਣ ਦੇਖਦਾ ਸੀ ਤਾਂ ਉਹ ਵਿਲਾਲ ਜਾਤੀ ਦੇ ਅਮੀਰ ਸੀ। ਇੱਕ ਵਾਰੀ ਮੈਂ ਰਿਪਲਾਈ ਕਰ ਲਾਂ ਮੈਸੇਜ ਜੋ ਆ ਰਿਹਾ। ਬਲਵੰਤ ਸਿੰਘ ਮੈਡੀਵਲ ਹਿਸਟਰੀ ਚੱਲ ਰਹੀ ਆ, ਜੀਕੇ ਦਾ ਟੌਪਿਕ ਹੀ ਹੈ। ਇਸ ਤੋਂ ਇਲਾਵਾ ਚੋਲ ਸ਼ਿਲਾਲੇਖਾਂ ਦੇ ਵਿੱਚ ਜ਼ਮੀਨਾਂ ਦੀਆਂ ਕਿਸਮਾਂ ਦੀ ਗੱਲ ਕੀਤੀ ਹੋਈ ਹੈ। ਇਹ ਜ਼ਮੀਨਾਂ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਪਹਿਲੀ ਕਿਸਮ ਹੈ ਬੇਲਣਾ ਵਿਗਾਈ। ਇਹ ਕਿਹੜੀ ਕਿਸਮ ਹੈ? ਇਹ ਗੈਰ ਬ੍ਰਾਹਮਣ ਕਿਸਾਨਾਂ ਦੀ ਮਾਲਕ ਦੀ ਜ਼ਮੀਨ ਸੀ। ਉਹ ਕਿਸਾਨ ਜੋ ਬ੍ਰਾਹਮਣ ਨਹੀਂ ਸੀ ਉਹਨਾਂ ਦੀ ਜ਼ਮੀਨ ਨੂੰ ਬੇਲਣਾ ਵਿਗਾਈ ਕਿਹਾ ਜਾਂਦਾ ਸੀ। ਦੂਸਰੀ ਟਾਈਪ ਹੈ ਬ੍ਰਹਮਾ ਉਦੇ। ਬ੍ਰਹਮਾ ਉਦੇ ਜੋ ਬ੍ਰਾਹਮਣਾਂ ਨੂੰ ਜ਼ਮੀਨ ਤੋਹਫੇ ਦੇ ਵਿੱਚ ਦਿੱਤੀ ਜਾਂਦੀ ਸੀ, ਉਸ ਨੂੰ ਬ੍ਰਹਮਾ ਉਦੇ ਕਿਹਾ ਜਾਂਦਾ ਸੀ। ਤੀਸਰੀ ਟਾਈਪ ਹੈ ਸ਼ਲਾ ਭੋਗ। ਇਹ ਜੋ ਜ਼ਮੀਨ ਸੀ ਸਕੂਲ ਦੀ ਦੇਖਭਾਲ ਲਈ ਜ਼ਮੀਨ ਦਿੱਤੀ ਜਾਂਦੀ ਸੀ, ਮਤਲਬ ਵਿਦਿਅਕ ਖੇਤਰਾਂ ਦੀ ਜੋ ਹੈ ਵਿਦਿਆਲੇ ਦੇ ਰੱਖ ਰਖਾਵ ਲਈ ਜ਼ਮੀਨ ਦਿੱਤੀ ਜਾਂਦੀ ਸੀ। ਚੌਥੀ ਟਾਈਪ ਹੈ ਦੇਵਦਾਨ। ਦੇਵਦਾਨ ਉਹ ਹੈ ਜੋ ਜ਼ਮੀਨ ਮੰਦਰਾਂ ਨੂੰ ਤੋਹਫੇ ਵਿੱਚ ਦਿੱਤੀ ਜਾਂਦੀ ਸੀ। ਨਾਮ ਤੋਂ ਹੀ ਸਪਸ਼ਟ ਹੈ ਦੇਵਦਾਨ ਮਤਲਬ ਦੇਵਾਂ ਦੇ ਲਈ ਦਾਨ, ਜੋ ਜ਼ਮੀਨ ਮੰਦਰਾਂ ਨੂੰ ਤੋਹਫੇ ਵਿੱਚ ਦਿੱਤੀ ਜਾਂਦੀ ਸੀ। ਪੰਜਵੀਂ ਟਾਈਪ ਹੈ ਪਾਲੀਚੰਦਮ। ਜੋ ਜੈਨ ਸੰਸਥਾਵਾਂ ਨੂੰ ਜ਼ਮੀਨ ਦਾਨ ਵਿੱਚ ਦਿੱਤੀ ਜਾਂਦੀ ਸੀ ਉਸ ਨੂੰ ਪਾਲੀਚੰਦਮ ਕਿਹਾ ਜਾਂਦਾ ਸੀ। ਇਹ 5 ਟਾਈਪ ਨੇ। ਚੋਲ ਸ਼ਿਲਾਲੇਖਾਂ ਦੇ ਵਿੱਚ ਇਹ ਜ਼ਮੀਨ ਦੀਆਂ ਟਾਈਪ ਬਾਰੇ ਗੱਲ ਕੀਤੀ ਗਈ ਹੈ। ਇਸ ਤੋਂ ਬਾਅਦ ਚੈਪਟਰ 3 ਸਟਾਰਟ ਹੁੰਦਾ ਹੈ ਦਿੱਲੀ ਦੇ ਸੁਲਤਾਨ। ਅਗਰ ਚੋਲ ਸ਼ਾਸਨ ਦੇ ਵਿੱਚ ਕਿਸੇ ਨੂੰ ਕੋਈ ਡਾਊਟ ਹੈ ਤਾਂ ਉਹ ਪੁੱਛ ਸਕਦਾ ਹੈ। ਇਸ ਤੋਂ ਇਲਾਵਾ ਮੈਂ ਚੋਲ ਕਾਲ ਨੂੰ ਇੱਕ ਵਾਰੀ ਬਰੀਫ ਦੇ ਵਿੱਚ ਵੀ ਦੱਸਦਾ। ਹਾਂਜੀ ਅਮਰਜੋਤ ਕੌਰ। ਮੈਥ ਵੀਰੇ ਜ਼ੂਮ ਮੀਟਿੰਗ ਤੇ ਨਹੀਂ ਹੋ ਸਕਦਾ। ਜੀ ਬਿਲਾਲ ਜਾਤੀ ਕਿਹੜੀ ਹੁੰਦੀ ਹੈ? ਬਿਲਾਲ ਜਾਤੀ ਕਿਹੜੀ ਹੈ? ਵਿਲਾਲ ਜਾਤੀ, ਵਿਲਾਲ ਉਹ ਸੀ ਜੋ ਅਮੀਰ ਕਿਸਾਨ ਸੀ, ਉਹਨਾਂ ਨੂੰ ਵਿਲਾਲ ਕਿਹਾ ਜਾਂਦਾ। ਹਾਂਜੀ ਹਾਂਜੀ, ਕਿਸੇ ਹੋਰ ਦਾ ਕੋਈ ਡਾਊਟ ਹੈ? ਸਰ ਪੰਜਾਬੀ ਨਹੀਂ ਕਰਾਉਂਦੇ? ਪੰਜਾਬੀ ਲੈਂਗੁਏਜ ਕਰਾਵਾਂਗਾ ਵੀਰੇ। ਇੱਕ ਵਾਰੀ ਹਿਸਟਰੀ ਖਤਮ ਕਰ ਲਈਏ, ਹਿਸਟਰੀ ਤੋਂ ਬਾਅਦ ਫਿਰ ਦੇਖਦੇ ਹਾਂ ਕੀ ਸ਼ੁਰੂ ਕਰਨਾ ਹੈ। ਰੀਜ਼ਨਿੰਗ ਦੇ 2 ਚੈਪਟਰ ਕੰਪਲੀਟ ਹੋਏ ਆ, ਉਹਨਾਂ ਦਾ ਵੀਡੀਓ ਲਿੰਕ ਤੁਹਾਨੂੰ ਮੈਂ ਦੇ ਦਾਂਗਾ। ਕਿਸ ਗਰੁੱਪ ਵਿੱਚ ਜੁਆਇਨ ਕੀਤਾ ਤੁਸੀਂ, ਉੱਥੋਂ ਮੈਨੂੰ ਮੈਸੇਜ ਕਰ ਦਿਓ। ਸੋ ਇੱਕ ਵਾਰੀ ਮੈਂ ਅਗਰ ਕਿਸੇ ਹੋਰ ਦਾ ਕੋਈ ਡਾਊਟ ਨਹੀਂ ਹੈ ਤਾਂ ਫਿਰ ਮੈਂ ਇੱਕ ਵਾਰੀ ਰਿਪੀਟ ਕਰਦਾ, ਸਲੋਲੀ ਕਰਾਂਗਾ। ਓਕੇ, ਇੱਕ ਵਾਰੀ ਮਾਈਕ ਮਿਊਟ ਹੋਣ ਲੱਗਿਆ ਸਭ ਦੇ। ਚੋਲ ਕਾਲ ਨੂੰ ਪੂਰੇ ਬਰੀਫ ਤੋਂ ਸ਼ੁਰੂ ਤੋਂ ਲੈ ਕੇ ਦੱਸਦਾ ਮੈਂ। ਚੋਲ ਕਾਲ ਵਿੱਚ ਇੱਕ ਵੇਟੀ ਸ਼ਬਦ ਆਉਂਦਾ ਹੈ। ਵੇਟੀ ਜੋ ਸੀ ਉਹ ਜ਼ਬਰਦਸਤੀ ਲਿਆ ਗਿਆ ਕਰ ਸੀ। ਇਸ ਤੋਂ ਇਲਾਵਾ ਹੋਰ ਇੱਕ ਕਰ ਦਾ ਨਾਮ ਆਇਆ ਜਿਹਦੇ ਬਾਰੇ ਮੈਂ ਕੱਲ ਡਿਸਕਸ ਕੀਤਾ ਸੀ। ਇਸ ਤੋਂ ਇਲਾਵਾ ਚੋਲ ਜੋ ਸੀ ਉਹ ਪੱਲਵਾਂ ਦੇ ਸਾਮੰਤ ਸੀ। ਠੀਕ ਹੈ, ਅਗਰ ਤੁਹਾਨੂੰ ਕੁਐਸਚਨ ਪੁੱਛਿਆ ਜਾਵੇ ਕਿ ਪੱਲਵਾਂ ਦੇ ਸਾਮੰਤ ਜੋ ਸੀ ਉਹ ਕੌਣ ਸੀ ਤਾਂ ਉਹ ਚੋਲ ਸੀ। ਚੋਲ ਵੰਸ਼ ਦੇ ਸ਼ਾਸਕ ਰਜਿੰਦਰ ਪਹਿਲੇ ਨੇ ਗੰਗਾ ਘਾਟੀ ਦੇ ਵਿੱਚ ਸ਼੍ਰੀਲੰਕਾ ਅਤੇ ਦੱਖਣੀ ਪੂਰਬ ਏਸ਼ੀਆ ਦੇ ਦੇਸ਼ਾਂ ਤੱਕ ਆਪਣੇ ਸਾਮਰਾਜ ਦਾ ਵਿਸਤਾਰ ਕੀਤਾ। ਕਿਹੜੇ ਸ਼ਾਸਕ ਨੇ ਦੱਖਣੀ ਪੂਰਬ ਏਸ਼ੀਆ ਤੇ ਸ਼੍ਰੀਲੰਕਾ ਨੂੰ ਜਿੱਤਿਆ? ਉਸ ਦਾ ਨਾਮ ਹੈ ਰਜਿੰਦਰ ਪਹਿਲਾ। ਠੀਕ ਹੈ, ਔਰ ਇਸ ਨੇ ਇੱਕ ਜਲ ਸੈਨਾ ਬਣਾਈ। ਅਗਰ ਆਪਾਂ ਗੱਲ ਕਰੀਏ ਕਿ ਪ੍ਰਾਚੀਨ ਇਤਿਹਾਸ ਔਰ ਮੈਡੀਵਲ ਹਿਸਟਰੀ ਦੇ ਵਿੱਚ ਸਭ ਤੋਂ ਪਹਿਲਾਂ ਜਲ ਸੈਨਾ ਬਣਾਈ ਕਿਸੇ ਨੇ ਤਾਂ ਉਹ ਰਜਿੰਦਰ ਪਹਿਲੇ ਨੇ ਬਣਾਈ। ਠੀਕ ਹੈ, ਬੰਗਾਲ ਦੀ ਖਾੜੀ ਨੂੰ ਵੀ ਚੋਲ ਝੀਲ ਦੇ ਰੂਪ ਵਿੱਚ ਇਹਨੇ ਪਰਿਵਰਤਿਤ ਕਰਤਾ ਸੀ ਰਜਿੰਦਰ ਪਹਿਲੇ ਨੇ। ਗੰਗਈ ਕੋਂਡ ਚੋਲਪੁਰਮ ਬਾਰੇ ਡਿਸਕਸ ਕੀਤਾ ਸੀ ਨਾ ਮੈਂ ਹੁਣੇ। ਗੰਗਈ ਕੋਂਡ ਚੋਲਪੁਰਮ ਆ ਨਾਮ ਲਿਖਿਆ ਹੋਇਆ। ਇਹ ਜੋ ਹੈ ਚੋਲ ਵੰਸ਼ ਦੇ ਰਾਜਾ ਰਜਿੰਦਰ ਪਹਿਲੇ ਦੀ ਰਾਜਧਾਨੀ ਸੀ ਗੰਗਈ ਕੋਂਡ ਚੋਲਪੁਰਮ। ਔਰ ਜਦੋਂ ਉਸ ਦੀ ਸੈਨਾ ਨੇ ਕਲਿੰਗ ਨੂੰ ਪਾਰ ਕਰਦੇ ਹੋਏ ਦੱਖਣੀ ਕੌਸ਼ਲ, ਬੰਗਾਲ ਅਤੇ ਮਗਧ ਹੁੰਦੇ ਹੋਏ ਗੰਗਾ ਤੱਟ ਦੇ ਖੇਤਰਾਂ ਨੂੰ ਜਿੱਤ ਲਿਆ ਤਾਂ ਉਸ ਦੀ ਜਿੱਤ ਦੀ ਉਪਲਬਧੀ ਵਿੱਚ ਇਹਨੇ ਕੀ ਕੀਤਾ, ਇੱਕ ਗੰਗਈ ਕੋਂਡ ਦੀ ਉਪਾਧੀ ਧਾਰਨ ਕੀਤੀ ਅਤੇ ਗੰਗਈ ਕੋਂਡ ਚੋਲਪੁਰਮ ਜੋ ਹੈ ਉਹ ਗੰਗਾ ਜਿੱਤ ਚੋਲ ਦਾ ਸਮੂਹ ਕਿਹਾ ਜਾਣ ਲੱਗਿਆ। ਠੀਕ ਹੈ, ਇਹ ਗੰਗਈ ਕੋਂਡ ਚੋਲਪੁਰਮ ਵੈਸੇ ਉਸ ਦੀ ਉਪਾਧੀ ਸੀ ਔਰ ਉਸਨੇ ਇਸ ਉਪਾਧੀ ਨੂੰ ਹੀ ਲੈ ਕੇ ਇੱਕ ਨਗਰ ਦਾ ਨਾਮ ਰੱਖਤਾ ਗੰਗਈ ਕੋਂਡ ਚੋਲਪੁਰਮ, ਰਾਜੇ ਰਜਿੰਦਰ ਪਹਿਲੇ ਨੇ। ਠੀਕ ਹੈ, ਇਸ ਤੋਂ ਇਲਾਵਾ ਚੋਲ ਕਾਲ ਦੇ ਸੰਬੰਧੀ ਸਵੈ ਸ਼ਾਸਨ ਦੀ ਜਾਣਕਾਰੀ ਆਪਾਂ ਨੂੰ ਇੱਕ ਪ੍ਰਾਂਤਕ ਇੱਕ ਉੱਤਰ ਮਰੇਰੂ ਦੇ ਨਾਂ ਦੇ ਅਭਿਲੇਖ ਤੋਂ ਮਿਲਦੀ ਹੈ ਜੋ ਤਾਮਿਲਨਾਡੂ ਵਿੱਚ ਸਥਿਤ ਹੈ। ਚੋਲ ਕਾਲ ਦੇ ਵਿੱਚ ਵਪਾਰੀਆਂ ਦੇ ਸੰਘ ਨੂੰ ਨਗਰਮ ਕਿਹਾ ਜਾਂਦਾ ਸੀ।
ਚੋਲ ਕਾਲ ਦੇ ਵਿੱਚ ਜੋ ਵਪਾਰੀ ਸੀ ਉਹਨਾਂ ਦੇ ਸੰਘ ਨੂੰ ਨਗਰਮ ਕਿਹਾ ਜਾਂਦਾ ਸੀ, ਠੀਕ ਹੈ, ਅਤੇ ਇਹ ਸ਼ਹਿਰ ਦੇ ਅੰਦਰ ਪ੍ਰਸ਼ਾਸਨਿਕ ਕੰਮ ਵੀ ਕਰਦੇ ਸੀ। ਅਗਰ ਚੋਲ ਕਾਲ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀ ਜਾਵੇ ਤਾਂ ਮੰਦਰ ਜੋ ਸੀ ਆਰਥਿਕ ਅਤੇ ਸਮਾਜਿਕ ਅਤੇ ਸੰਸਕ੍ਰਿਤ ਜੀਵਨ ਦੇ ਕੇਂਦਰ ਸੀ। ਮੰਦਰ ਨਾਲ ਜੁੜੇ ਜੋ ਵੀ ਸ਼ਿਲਪ ਸੀ ਸਭ ਤੋਂ ਵਿਸ਼ੇਸ਼ ਸੀ। ਉਹਨਾਂ ਵਿੱਚ ਕਾਂਸੇ ਦੀਆਂ ਪ੍ਰਤਿਮਾਵਾਂ, ਜਿਨ੍ਹਾਂ ਨੂੰ ਮੂਰਤੀਆਂ ਕਿਹਾ ਜਾਂਦਾ ਹੈ, ਬਣਾਉਣ ਦਾ ਕੰਮ ਵਿਸ਼ੇਸ਼ ਮਹੱਤਵ ਰੱਖਦਾ ਸੀ। ਚੋਲ ਕਾਲ ਦੇ ਵਿੱਚ ਕਾਂਸੇ ਦੀਆਂ ਮੂਰਤੀਆਂ ਸੰਸਾਰ ਦੇ ਵਿੱਚ ਸਭ ਤੋਂ ਪ੍ਰਸਿੱਧ ਮੰਨੀਆਂ ਗਈਆਂ, ਜਿਨ੍ਹਾਂ ਵਿੱਚੋਂ ਸ਼ਿਵ ਦੇ ਤਾਂਡਵ ਕਰਦੀ ਹੋਈ ਮੂਰਤੀ, ਜਿਸ ਨੂੰ ਨਟਰਾਜ ਦੀ ਮੂਰਤੀ ਕਿਹਾ ਜਾਂਦਾ ਹੈ, ਉਹ ਸਭ ਤੋਂ ਮਹੱਤਵਪੂਰਨ ਸੀ, ਠੀਕ ਹੈ। ਇਸ ਤੋਂ ਇਲਾਵਾ ਚੋਲ ਕਾਲ ਦੇ ਵਿੱਚ ਕਿਸਾਨਾਂ ਦੀਆਂ ਬਸਤੀਆਂ ਨੂੰ ਉਰ ਕਿਹਾ ਜਾਂਦਾ ਸੀ, ਠੀਕ ਹੈ, ਕਿਸਾਨਾਂ ਦੀਆਂ ਬਸਤੀਆਂ ਨੂੰ ਉਰ ਕਿਹਾ ਜਾਂਦਾ ਸੀ, ਜੋ ਸਿੰਚਿਤ ਖੇਤੀ ਦੇ ਕਾਰਨ ਬਹੁਤ ਜੋ ਹੈ ਸਮਰਿੱਧ ਹੋ ਗਏ ਸੀ। ਪਿੰਡਾਂ ਦੇ ਸਮੂਹ ਨੂੰ ਨਾਡੂ ਕਿਹਾ ਜਾਂਦਾ ਸੀ। ਨਾਡੂ ਜੋ ਸੀ ਨਿਆਂ ਕਰਦੇ ਸੀ ਔਰ ਟੈਕਸ ਵਸੂਲਦੇ ਸੀ, ਠੀਕ ਹੈ। ਇਸ ਤੋਂ ਇਲਾਵਾ ਜੋ ਹੈ ਆਪਾਂ ਨੂੰ ਮਿਲਦਾ ਹੈ ਕਿ ਚੋਲ ਕਾਲ ਦੇ ਵਿੱਚ ਜ਼ਮੀਨਾਂ ਦੀਆਂ ਕਿਸਮਾਂ, ਉਹ 5 ਜ਼ਮੀਨਾਂ ਦੀਆਂ ਕਿਸਮਾਂ ਨੇ, ਜਿਨ੍ਹਾਂ ਬਾਰੇ ਵੇਲਨ ਵਗਾਈ ਜੋ ਹੈ ਗੈਰ ਬ੍ਰਾਹਮਣ ਕਿਸਾਨਾਂ ਦੀ ਮਾਲਕ ਜ਼ਮੀਨ ਸੀ। ਬ੍ਰਹਮਾ ਉਦੇ ਬ੍ਰਾਹਮਣ ਨੂੰ ਜ਼ਮੀਨ ਜੋ ਹੈ ਤੋਹਫੇ ਵਿੱਚ ਦਿੱਤੀ ਗਈ ਸੀ। ਸ਼ਲਾ ਭੋਗ ਜੋ ਸੀ ਉਹ ਵਿਦਿਅਕ ਦੇਖਭਾਲ ਲਈ, ਖੇਤਰ ਜੋ ਸੀ ਉਹਨਾਂ ਲਈ ਜ਼ਮੀਨ ਸੀ। ਦੇਵਦਾਨ ਜੋ ਸੀ ਉਹ ਜ਼ਮੀਨ ਮੰਦਰਾਂ ਨੂੰ ਤੋਹਫੇ ਵਿੱਚ ਦਿੱਤੀ ਜਾਂਦੀ ਸੀ। ਪਾਲੀ ਚੰਦਮ ਜੋ ਸੀ ਜੈਨ ਸੰਸਥਾਵਾਂ ਨੂੰ ਦਾਨ ਵਿੱਚ ਦਿੱਤੀ ਗਈ ਭੂਮੀ ਸੀ। ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰਦੇ ਹਾਂ ਚੈਪਟਰ 3 ਦੀ। ਹਜੇ ਵੀ ਕਿਸੇ ਦਾ ਕੋਈ ਡਾਊਟ ਹੈ ਤਾਂ ਉਹ ਪੁੱਛ ਲੇ। ਹੈ ਕਿਸੇ ਦਾ ਕੋਈ ਡਾਊਟ? ਪ੍ਰੀਤ ਸ਼ਰਮਾ, ਕੀ ਵੈਰੀ ਡਿਫਿਕਲਟ ਟੌਪਿਕ ਕਹਿ ਰਹੇ ਹੋ? ਓਕੇ, ਗੱਲ ਕਰਦੇ ਹਾਂ ਹੁਣ ਆਪਾਂ ਦਿੱਲੀ ਦੇ ਸੁਲਤਾਨਾਂ ਦੀ, ਮਤਲਬ ਦਿੱਲੀ ਸਲਤਨਤ ਦੀ। ਇਹ ਸਾਊਥ ਇੰਡੀਆ ਦੇ ਹਿੱਸੇ ਵਿੱਚ ਆ, ਤਮਿਲਨਾਡੂ ਦੇ ਆਸ-ਪਾਸ ਦੇ ਖੇਤਰ ਦੇ ਵਿੱਚ, ਉਰੇਯੂਰ ਔਰ ਤੰਜਾਵੁਰ ਜੋ ਆ। ਹੁਣ ਆਪਾਂ ਗੱਲ ਕਰਦੇ ਹਾਂ ਦਿੱਲੀ ਦੇ ਸੁਲਤਾਨ, ਮਤਲਬ ਦਿੱਲੀ ਕਾਲ ਦੇ ਜੋ ਸੁਲਤਾਨ ਸੀ, ਗੁਲਾਮ ਵੰਸ਼ ਤੋਂ ਲੈ ਕੇ ਖਿਲਜੀ ਵੰਸ਼, ਲੋਧੀ ਵੰਸ਼ ਤੱਕ ਦਾ ਜੋ ਸਮਾਂ, ਉਸ ਦੇ ਬਾਰੇ ਆਪਾਂ ਡਿਸਕਸ ਕਰਾਂਗੇ। 3rd ਚੈਪਟਰ ਜੋ ਹੈ ਬੇਸਿਕਲੀ ਇਹਨੂੰ ਹੀ ਲੈ ਕੇ ਹੈ। ਸੋ ਇੰਟਰੋ ਦੇ ਵਿੱਚ ਆਪਾਂ ਦੇਖਦੇ ਹਾਂ ਕਿ 12ਵੀਂ ਸਦੀ ਦੇ ਵਿੱਚ ਦਿੱਲੀ ਜੋ ਸੀ ਇੱਕ ਮਹੱਤਵਪੂਰਨ ਸ਼ਹਿਰ ਬਣ ਗਿਆ ਸੀ। ਇਸ ਤੋਂ ਪਹਿਲਾਂ ਦਿੱਲੀ ਮਹੱਤਵਪੂਰਨ ਸ਼ਹਿਰ ਨਹੀਂ ਸੀ, ਕਿਉਂਕਿ ਜਿੰਨੇ ਵੀ ਰਾਜਾ ਹੋਏ ਉਹਨਾਂ ਦੀਆਂ ਅਲੱਗ-ਅਲੱਗ ਰਾਜਧਾਨੀਆਂ ਸੀ। ਐਂਸ਼ੀਅੰਟ ਪੀਰੀਅਡ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਪਾਟਲੀਪੁੱਤਰ ਮੇਨਲੀ ਜੋ ਹੈ, ਸਰ ਸਾਊਂਡ ਨਹੀਂ ਆ ਰਹੀ, ਸਾਊਂਡ ਕਿਸੇ ਨੂੰ ਵੀ ਨਹੀਂ ਆ ਰਹੀ। ਓਕੇ 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 12ਵੀਂ ਸਦੀ ਦੇ ਵਿੱਚ ਕੀ ਹੋਇਆ ਕਿ ਦਿੱਲੀ ਜੋ ਹੈ ਇੱਕ ਮਹੱਤਵਪੂਰਨ ਸ਼ਹਿਰ ਬਣ ਗਿਆ ਸੀ। ਜਿਵੇਂ ਕਿ ਆਪਾਂ ਐਂਸ਼ੀਅੰਟ ਹਿਸਟਰੀ ਦੇ ਵਿੱਚ ਵੇਖਿਆ ਕਿ ਜਿੰਨੇ ਵੀ ਜਨਪਦ ਸੀ ਉਹਨਾਂ ਦੀਆਂ ਅਲੱਗ-ਅਲੱਗ ਰਾਜਧਾਨੀਆਂ ਸੀ, ਉਹਨਾਂ ਦੇ ਵਿੱਚ ਕਿਸੇ ਦਾ ਨਾਮ ਵੀ ਦਿੱਲੀ ਨਹੀਂ ਆਇਆ। ਸੋ ਦਿੱਲੀ ਜੋ ਹੈ 12ਵੀਂ ਸਦੀ ਦੇ ਵਿੱਚ ਜੋ ਹੈ ਇੱਕ ਮਹੱਤਵਪੂਰਨ ਜੋ ਹੈ ਸ਼ਹਿਰ ਬਣਿਆ। ਤੋਮਰਾਂ ਨੇ ਕੀ ਕੀਤਾ ਕਿ 12ਵੀਂ ਸਦੀ ਦੇ ਅੱਧ ਵਿੱਚ ਅਜਮੇਰ ਦੇ ਚੌਹਾਨਾਂ ਨੂੰ ਹਰਾਤਾ, ਜਿਨ੍ਹਾਂ ਨੂੰ ਚਾਹਮਾਨ ਵੀ ਕਿਹਾ ਜਾਂਦਾ ਸੀ। ਤੇ ਇਸ ਸਮੇਂ ਕੀ ਹੋਇਆ, ਦਿੱਲੀ ਇੱਕ ਵੱਡਾ ਵਪਾਰਕ ਕੇਂਦਰ ਬਣ ਗਿਆ। ਤੋਮਰਾਂ ਦੇ ਕਾਲ ਦੇ ਵਿੱਚ ਦਿੱਲੀ ਜੋ ਸੀ ਇੱਕ ਵਪਾਰਕ ਕੇਂਦਰ ਜੋ ਹੈ ਦੇ ਰੂਪ ਵਿੱਚ ਸਾਹਮਣੇ ਆ ਗਿਆ 12ਵੀਂ ਸਦੀ ਦੇ ਵਿੱਚ। ਇਸ ਤੋਂ ਇਲਾਵਾ ਜੈਨ ਵਪਾਰੀਆਂ ਨੇ ਦਿੱਲੀ ਦੇ ਵਿੱਚ ਕਾਫੀ ਸਾਰੇ ਮੰਦਿਰ ਬਣਾ ਲਏ ਸੀ, ਔਰ ਇੱਥੇ ਦੇਹਲੀਵਾਲ ਨਾਮਕ ਸਿੱਕੇ ਵੀ ਪਾਏ ਜਾਂਦੇ ਆ ਜੋ ਬਹੁਤ ਜ਼ਿਆਦਾ ਪ੍ਰਚਲਿਤ ਹੋਏ। ਸਿੱਕਿਆਂ ਦਾ ਨਾਮ ਯਾਦ ਰੱਖ ਲਿਓ, ਸਿੱਕਿਆਂ ਉੱਪਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਦੇਹਲੀਵਾਲ ਸਿੱਕੇ ਜੋ ਸੀ ਉਹ ਕਿੱਥੇ ਚਲਾਏ ਗਏ ਔਰ ਪ੍ਰਚਲਿਤ ਹੋਏ। ਦਿੱਲੀ ਦੇ ਵਿੱਚ ਚਲਾਏ ਗਏ ਸੀ ਦੇਹਲੀਵਾਲ ਨਾਮਕ ਸਿੱਕੇ, ਠੀਕ ਹੈ, ਜੋ ਕਾਫੀ ਦਿੱਲੀ ਦੇ ਵਿੱਚ ਪ੍ਰਚਲਿਤ ਹੋਏ। ਇਸ ਤੋਂ ਬਾਅਦ ਦਿੱਲੀ ਸਲਤਨਤ ਦਾ ਪੀਰੀਅਡ ਹੁੰਦਾ ਹੈ, ਜਿਸ ਦੀ ਸਥਾਪਨਾ 13ਵੀਂ ਸਦੀ ਦੇ ਵਿੱਚ ਸ਼ੁਰੂ ਹੋਈ, ਔਰ ਜਿੱਥੇ ਦਿੱਲੀ, ਕੁਨਾ, ਸਿਰੀ ਅਤੇ ਜਾਪਨਾ ਆਦਿ ਬਹੁਤ ਸਾਰੇ ਸ਼ਹਿਰ ਵਸੇ। ਦੇਖੋ, ਇੱਕ ਦਿੱਲੀ ਛੋਟੀ ਦੇ ਵਿੱਚ ਹੀ ਦਿੱਲੀ, ਕੁਨਾ, ਸਿਰੀ ਔਰ ਜਾਪਨਾ ਛੋਟੀਆਂ-ਛੋਟੀਆਂ ਰਾਜਧਾਨੀਆਂ ਬਣਦੀਆਂ ਗਈਆਂ। ਜਦੋਂ ਦਿੱਲੀ ਸਲਤਨਤ ਪੀਰੀਅਡ ਸ਼ੁਰੂ ਹੋਇਆ ਔਰ ਮੁਗਲ ਕਾਲ ਤੱਕ ਜਾਂਦੇ ਦਿੱਲੀ ਸ਼ਹਿਰ ਦੇ ਵਿੱਚ ਹੀ ਲਗਭਗ 64 ਰਾਜਧਾਨੀਆਂ ਬਣ ਗਈਆਂ ਸੀ, ਛੋਟੇ ਜਿਹੇ ਦਿੱਲੀ ਸ਼ਹਿਰ ਦੇ ਵਿੱਚ, ਕਿਉਂਕਿ ਜਿੰਨੇ ਵੀ ਰਾਜਾ ਹੋਏ ਉਹਨਾਂ ਨੇ ਆਪਣੀਆਂ ਅਲੱਗ-ਅਲੱਗ ਰਾਜਧਾਨੀਆਂ ਜੋ ਹੈ ਦਿੱਲੀ ਸ਼ਹਿਰ ਦੇ ਵਿੱਚ ਬਣਾਈਆਂ। ਇਸੇ ਕਰਕੇ ਦਿੱਲੀ, ਕੁਨਾ, ਸਿਰੀ, ਜਾਪਨਾ, ਉਵੇਂ ਔਰੰਗਾਬਾਦ, ਐਸੇ ਤਰ੍ਹਾਂ ਦੀਆਂ ਜੋ ਹੈ ਰਾਜਧਾਨੀਆਂ ਅਲੱਗ-ਅਲੱਗ ਬਣਾਈਆਂ ਹਰੇਕ ਸ਼ਾਸਕ ਨੇ।
ਹੁਣ ਦਿੱਲੀ ਦੇ ਮਹੱਤਵਪੂਰਨ ਸ਼ਾਸਕ ਵੰਸ਼ਾਂ ਦੇ ਬਾਰੇ ਆਪਾਂ ਪੜ੍ਹ ਲੈਂਦੇ ਹਾਂ। ਸਭ ਤੋਂ ਪਹਿਲਾਂ ਹੈ ਰਾਜਪੂਤ ਵੰਸ਼। ਰਾਜਪੂਤ ਵੰਸ਼ ਦੀ ਨੀਂਹ ਜੋ ਹੈ ਤੋਮਰਾਂ ਨੇ ਰੱਖੀ। 12ਵੀਂ ਸਦੀ ਦੇ ਵਿੱਚ ਇਸ ਦੀ ਨੀਂਹ ਪਈ ਔਰ 1165 ਤੱਕ ਇਹ ਜੋ ਹੈ ਤੋਮਰ ਵੰਸ਼ ਨੇ ਸ਼ਾਸਨ ਕੀਤਾ। ਤੋਮਰ ਵੰਸ਼ ਦਾ ਸਭ ਤੋਂ ਮਹੱਤਵਪੂਰਨ ਜੋ ਰਾਜਾ ਸੀ ਉਸ ਦਾ ਨਾਂ ਸੀ ਅਨੰਗਪਾਲ, ਜਿਸ ਨੇ 1130 ਤੋਂ ਲੈ ਕੇ 1145 ਤੱਕ ਸ਼ਾਸਨ ਕੀਤਾ। ਮੈਂ ਰਿਪੀਟ ਕਰ ਰਿਹਾ, ਤੋਮਰ ਵੰਸ਼ ਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਸ਼ਾਸਕ ਪੁੱਛਿਆ ਜਾਏ ਤਾਂ ਉਸ ਦਾ ਨਾਮ ਹੈ ਅਨੰਗਪਾਲ, ਜਿਸ ਨੇ 1130 ਤੋਂ ਲੈ ਕੇ 1145 ਤੱਕ ਸ਼ਾਸਨ ਕੀਤਾ। ਉਸ ਤੋਂ ਬਾਅਦ ਰਾਜਪੂਤ ਵੰਸ਼ ਦੇ ਵਿੱਚ ਦੂਜਾ ਵੰਸ਼ ਆਉਂਦਾ ਹੈ ਚੌਹਾਨ ਵੰਸ਼, ਜਿਨ੍ਹਾਂ ਨੂੰ ਚਹਾਮਨ ਵੀ ਕਿਹਾ ਜਾਂਦਾ ਹੈ। ਇਹਨਾਂ ਨੇ 1163 ਤੋਂ ਲੈ ਕੇ 1192 ਤੱਕ ਸ਼ਾਸਨ ਕੀਤਾ ਦਿੱਲੀ ਤੇ। ਇਹਨਾਂ ਦਾ ਮਹੱਤਵਪੂਰਨ ਜੋ ਰਾਜਾ ਸੀ ਉਹ ਪ੍ਰਿਥਵੀ ਰਾਜ ਚੌਹਾਨ ਸੀ, ਜਿਸ ਨੂੰ ਪ੍ਰਿਥਵੀ ਰਾਜ ਤੀਜਾ ਵੀ ਕਿਹਾ ਜਾਂਦਾ ਸੀ, ਜਿਸ ਨੇ 1175 ਤੋਂ ਲੈ ਕੇ 1192 ਤੱਕ ਰਾਜ ਕੀਤਾ ਸੀ। 1132 ਨਹੀਂ ਹੈ, 1192 ਆਏਗਾ, ਕਿਉਂਕਿ 1191 ਔਰ 1192 ਦੇ ਵਿੱਚ ਇਹਨੇ ਮੁਹੰਮਦ ਗੌਰੀ ਨਾਲ ਲੜਾਈਆਂ ਲੜੀਆਂ ਦੋ, ਜਿਨ੍ਹਾਂ ਨੂੰ ਤਰਾਇਨ ਦਾ ਯੁੱਧ ਕਿਹਾ ਜਾਂਦਾ ਹੈ। ਪਹਿਲੇ ਤਰਾਇਨ ਦੇ ਯੁੱਧ ਜੋ 1191 ਦੇ ਵਿੱਚ ਹੋਇਆ, ਉਹਦੇ ਵਿੱਚ ਕੀ ਹੋਇਆ ਕਿ ਪ੍ਰਿਥਵੀ ਰਾਜ ਚੌਹਾਨ ਨੇ ਮੁਹੰਮਦ ਗੌਰੀ ਨੂੰ ਹਰਾਤਾ, ਔਰ ਦੂਜਾ ਯੁੱਧ ਜੋ ਅਗਲੇ ਸਾਲ ਹੀ 1192 ਦੇ ਵਿੱਚ ਹੋਇਆ, ਉਹਦੇ ਵਿੱਚ ਮੁਹੰਮਦ ਗੌਰੀ ਦੇ ਹੱਥੋਂ ਹਾਰ ਗਿਆ। ਸੋ ਇੱਥੇ ਹੀ ਚੌਹਾਨ ਰਾਜ ਜੋ ਵੰਸ਼ ਸੀ ਉਸ ਦਾ ਖਾਤਮਾ ਹੁੰਦਾ ਹੈ ਔਰ ਸ਼ੁਰੂਆਤੀ ਜੋ ਹੈ ਤੁਰਕੀ ਸ਼ਾਸਕ ਦੀ ਸਥਾਪਨਾ ਸ਼ੁਰੂ ਹੋ ਜਾਂਦੀ ਹੈ। ਮਤਲਬ ਜਿਸ ਨੂੰ ਗੁਲਾਮ ਵੰਸ਼ ਵੀ ਕਿਹਾ ਜਾਂਦਾ ਹੈ, ਉਸ ਦੀ ਸਥਾਪਨਾ ਜੋ ਹੈ ਚੌਹਾਨ ਵੰਸ਼ ਤੋਂ ਬਾਅਦ ਸ਼ੁਰੂ ਹੋਈ। ਇਹਨਾਂ ਦੇ ਵਿੱਚ ਜੋ ਸ਼ਾਸਕ ਹੋਏ, ਸਭ ਤੋਂ ਪਹਿਲਾਂ ਸੀ ਕੁਤਬਦੀਨ ਐਬਕ, ਜਿਸ ਨੇ 1206 ਤੋਂ ਲੈ ਕੇ 1210 ਤੱਕ ਸ਼ਾਸਨ ਕੀਤਾ ਔਰ ਇਸ ਦੀ ਮੌਤ ਹੋਈ ਚੁਗਾਨ ਖੇਡਦੇ ਹੋਏ। ਘੋੜੇ ਦੇ ਉੱਪਰ ਉਹ ਡਿੱਗ ਗਿਆ ਸੀ। ਇਹ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਚੁਗਾਨ ਖੇਡਦੇ ਹੋਏ ਕਿਹੜੇ ਸ਼ਾਸਕ ਦੀ ਮੌਤ ਹੋਈ, ਤਾਂ ਉਸ ਦਾ ਨਾਂ ਹੈ ਕੁਤਬਦੀਨ ਐਬਕ। 1210 ਦੇ ਵਿੱਚ ਇਹਦੀ ਮੌਤ ਹੋਈ ਪੋਲੋ ਖੇਡਦੇ ਹੋਏ। ਠੀਕ ਹੈ। ਦੂਸਰਾ ਸੀ ਸ਼ਮਸ਼ੂਦੀਨ ਇਲਤੁਤਮਿਸ਼, ਇਸ ਨੇ 1210 ਤੋਂ ਲੈ ਕੇ 1236 ਤੱਕ ਦਿੱਲੀ ਉੱਪਰ ਰਾਜ ਕੀਤਾ। ਤੀਸਰੀ ਸੀ ਔਰ ਭਾਰਤ ਦੀ ਸਭ ਤੋਂ ਪਹਿਲੀ ਮਹਿਲਾ ਸ਼ਾਸਕ ਰਜੀਆ ਸੁਲਤਾਨ, ਜਿਸ ਨੇ 1236 ਤੋਂ ਲੈ ਕੇ 1240 ਤੱਕ ਦਿੱਲੀ ਦੇ ਉੱਪਰ ਸ਼ਾਸਨ ਕੀਤਾ। ਇਸ ਤੋਂ ਬਾਅਦ ਤੁਰਕੀ ਵੰਸ਼ ਦਾ ਆਖਰੀ ਸ਼ਾਸਕ ਗਿਆਸੁਦੀਨ ਸੀ, ਮਹੱਤਵਪੂਰਨ, ਜਿਸ ਨੇ 1266 ਤੋਂ ਲੈ ਕੇ 1287 ਤੱਕ ਠੀਕ ਹੈ 1166 ਤੋਂ ਲੈ ਕੇ 1266 ਤੋਂ ਲੈ ਕੇ 1287 ਤੱਕ ਗਿਆਸੁਦੀਨ ਤੁਗਲਕ ਨੇ ਜੋ ਹੈ ਸ਼ਾਸਨ ਕੀਤਾ ਸੀ। ਇਸ ਤੋਂ ਬਾਅਦ ਜੋ ਆਉਂਦਾ ਹੈ ਖਿਲਜੀ ਵੰਸ਼। ਖਿਲਜੀ ਵੰਸ਼ ਦੇ ਵਿੱਚ ਜਲਾਲੂਦੀਨ ਖਿਲਜੀ ਆਉਂਦਾ ਸਭ ਤੋਂ ਪਹਿਲਾਂ, ਜਿਸ ਨੇ 1290 ਤੋਂ ਲੈ ਕੇ 1296 ਤੱਕ ਸ਼ਾਸਨ ਕੀਤਾ। ਦੂਜਾ ਸ਼ਾਸਕ ਆਉਂਦਾ ਹੈ ਅਲਾਉਦੀਨ ਖਿਲਜੀ, ਜਿਸ ਨੇ 1296 ਤੋਂ ਲੈ ਕੇ 1396 ਤੱਕ ਸ਼ਾਸਨ ਕੀਤਾ। ਖਿਲਜੀ ਵੰਸ਼ ਜੋ ਸੀ ਉਹ ਦਿੱਲੀ ਸਲਤਨਤ ਦੇ ਸ਼ਾਸਕਾਂ ਦੇ ਵਿੱਚੋਂ ਸਭ ਤੋਂ ਘੱਟ ਸ਼ਾਸਨ ਕਰਨ ਵਾਲਾ ਇੱਕ ਰਾਜਵੰਸ਼ ਸੀ, ਜਿਸ ਨੇ ਸਿਰਫ 30 ਸਾਲ ਹੀ ਰਾਜ ਕੀਤਾ। ਤੁਹਾਨੂੰ ਕੁਐਸਚਨ ਪੁੱਛਿਆ ਜਾਏਗਾ ਦਿੱਲੀ ਸਲਤਨਤ ਦੇ ਵਿੱਚ ਸਭ ਤੋਂ ਘੱਟ ਸਮੇਂ ਲਈ ਰਾਜ ਕਰਨ ਵਾਲਾ ਕਿਹੜਾ ਰਾਜਵੰਸ਼ ਸੀ, ਤਾਂ ਉਸ ਦਾ ਨਾਂ ਹੈ ਖਿਲਜੀ ਵੰਸ਼। ਇਸ ਨੇ ਸਿਰਫ 30 ਸਾਲ ਹੀ ਰਾਜ ਕੀਤਾ। ਬਾਕੀਆਂ ਨੇ ਤੁਰਕੀ ਵੰਸ਼ ਨੇ ਲਗਭਗ 80 ਸਾਲ ਔਰ ਤੁਗਲਕ ਵੰਸ਼ ਨੇ ਲਗਭਗ 100 ਸਾਲ ਔਰ ਸੈयद ਵੰਸ਼ ਨੇ ਲਗਭਗ 40 ਸਾਲ ਦੇ ਆਸ-ਪਾਸ ਜੋ ਹੈ ਰਾਜ ਕੀਤਾ। ਖਿਲਜੀ ਵੰਸ਼ ਨੇ ਹੀ ਸਿਰਫ 30 ਸਾਲ ਜੋ ਹੈ ਰਾਜ ਕੀਤਾ। ਇਸ ਤੋਂ ਬਾਅਦ ਆਉਂਦਾ ਹੈ ਤੁਗਲਕ ਖਾਨਦਾਨ, ਜਿਸ ਨੇ 1320 ਤੋਂ ਲੈ ਕੇ 1414 ਤੱਕ ਰਾਜ ਕੀਤਾ। ਇਹਨਾਂ ਦੇ ਮਹੱਤਵਪੂਰਨ ਸ਼ਾਸਕ ਹੋਏ ਗਿਆਸੁਦੀਨ ਤੁਗਲਕ, ਜਿਨੇ 1320 ਤੋਂ ਲੈ ਕੇ 1324 ਤੱਕ ਸ਼ਾਸਨ ਕੀਤਾ। ਉਸ ਤੋਂ ਬਾਅਦ ਮੁਹੰਮਦ ਤੁਗਲਕ ਆਉਂਦਾ, ਜਿਨੇ 1324 ਤੋਂ ਲੈ ਕੇ 1351 ਤੱਕ ਸ਼ਾਸਨ ਕੀਤਾ। ਫਿਰ ਆਉਂਦਾ ਹੈ ਫਿਰੋਜ਼ ਸ਼ਾਹ ਤੁਗਲਕ, ਜਿਸ ਨੇ 1351 ਤੋਂ ਲੈ ਕੇ 1388 ਤੱਕ ਸ਼ਾਸਨ ਕੀਤਾ। ਠੀਕ ਹੈ। ਅਗਰ ਤੁਸੀਂ ਸਕਰੀਨਸ਼ਾਟ ਲੈਣਾ ਚਾਹੋ ਤਾਂ ਤੁਸੀਂ ਲੈ ਸਕਦੇ ਹੋ, ਵਰਨਾ ਰਿਕਾਰਡ ਤਾਂ ਹੋ ਹੀ ਰਹੀ ਹੈ ਵੀਡੀਓ। ਇੱਥੋਂ ਤੱਕ ਕਿਸੇ ਦਾ ਕੋਈ ਡਾਊਟ ਹੈ ਕਿਹੜੇ ਸ਼ਾਸਕ ਨੇ ਕਿੱਥੋਂ ਤੱਕ ਰਾਜ ਕੀਤਾ? ਮਾਈਕ ਅਨਮਿਊਟ ਕਰਨ ਲੱਗਿਆ। ਇਹ ਡੇਟਸ ਤੁਹਾਨੂੰ ਯਾਦ ਰੱਖਣੀਆਂ ਪੈਣਗੀਆਂ। ਹਾਂਜੀ, ਹੈ ਕੋਈ ਡਾਊਟ? हेलो सर। ਹਾਂਜੀ ਪ੍ਰੀਤ ਸ਼ਰਮਾ। सर तोमर वंश बारे दसो प्लीज। ਤੋਮਰ ਵੰਸ਼ ਜਿਸ ਨੇ ਸਭ ਤੋਂ ਪਹਿਲਾਂ ਰਾਜ ਕੀਤਾ ਸੀ, ਉਸ ਦਾ ਮਹੱਤਵਪੂਰਨ ਜੋ ਸ਼ਾਸਕ ਸੀ ਅਨੰਗਪਾਲ ਸੀ। ਠੀਕ ਹੈ।
ਇਹਨੇ 1130 ਤੋਂ ਲੈ ਕੇ 1145 ਤੱਕ ਕੀਤਾ ਸੀ। ਇਸ ਦਾ ਨਾਮ ਯਾਦ ਰੱਖ ਲਓ, ਤੋਮਰ ਵੰਸ਼ ਦਾ ਮਹੱਤਵਪੂਰਨ ਸ਼ਾਸਕ ਅਨੰਗਪਾਲ ਸੀ। ਓਕੇ ਸਰ। ਹਾਂਜੀ, ਕਿਸੇ ਹੋਰ ਦਾ ਕੋਈ ਡਾਊਟ? ਸਰ ਇੱਕ ਵਾਰੀ ਯਾਦ ਰੱਖੀ ਕਿ ਦੱਸ ਦਿਓ ਕਿ ਕਿਹੜੇ ਸ਼ਾਸਕ ਨੇ ਕਿੰਨੇ ਸਾਲ ਰਾਜ ਕੀਤਾ ਸੀਗਾ। ਓਕੇ, ਤੁਰਕੀ ਸ਼ਾਸਕ ਜੋ ਹੋਏ ਸੀ ਉਹਨਾਂ ਨੇ ਲਗਭਗ 80 ਸਾਲ ਰਾਜ ਕੀਤਾ। ਉਸ ਤੋਂ ਬਾਅਦ ਖਿਲਜੀ ਵੰਸ਼ ਆਇਆ, ਜਿਨ੍ਹਾਂ ਨੇ ਸਭ ਤੋਂ ਘੱਟ ਸ਼ਾਸਨ ਕੀਤਾ ਦਿੱਲੀ ਉੱਪਰ, ਸਿਰਫ 30 ਸਾਲ। ਔਰ ਤੁਗਲਕ ਵੰਸ਼ ਨੇ ਲਗਭਗ 100 ਸਾਲ ਦੇ ਆਸ-ਪਾਸ ਸ਼ਾਸਨ ਕੀਤਾ, 96 ਸਾਲ ਕੀਤਾ। ਔਰ ਉਸ ਤੋਂ ਬਾਅਦ ਸੈਯਦ ਵੰਸ਼ ਆਇਆ, ਜਿਨ੍ਹਾਂ ਨੇ ਲਗਭਗ 45 ਦੇ ਆਸ-ਪਾਸ ਜੋ ਹੈ ਸਾਲ ਸ਼ਾਸਨ ਕੀਤਾ। ਠੀਕ ਹੈ, ਫਿਰ ਲੋਧੀ ਵੰਸ਼ ਆਇਆ, ਫਿਰ ਮੁਗਲ ਵੰਸ਼ ਆਏ। ਮੁਗਲ ਵੰਸ਼ ਨੇ ਤਾਂ ਲਗਭਗ 200-250 ਸਾਲ ਜੋ ਹੈ ਸ਼ਾਸਨ ਕੀਤਾ ਸੀ ਦਿੱਲੀ ਤੇ। ਉਸ ਤੋਂ ਬਾਅਦ ਦਿੱਲੀ ਦੇ ਸੁਲਤਾਨ ਤੋਂ ਬਾਅਦ ਮੁਗਲ ਪੀਰੀਅਡ ਹੀ ਸ਼ੁਰੂ ਹੋਏਗਾ। ਓਕੇ ਸਰ। ਓਕੇ, ਇੱਥੋਂ ਤੱਕ ਤਾਂ ਕੋਈ ਡਾਊਟ ਨਹੀਂ ਹੈ ਨਾ ਕਿਸੇ ਦਾ? ਹੁਣ ਆਪਾਂ ਇਹ ਗੱਲ ਕਰਦੇ ਹਾਂ ਕਿ ਦਿੱਲੀ ਦੇ ਸੁਲਤਾਨਾਂ ਬਾਰੇ ਆਪਾਂ ਨੂੰ ਜਾਣਕਾਰੀ ਕਿੱਥੋਂ ਮਿਲਦੀ ਹੈ। ਠੀਕ ਹੈ, ਤਵਾਰੀਖ ਦੇ ਲੇਖਕ ਸਕੱਤਰ, ਪ੍ਰਸ਼ਾਸਕ, ਕਵੀ ਅਤੇ ਦਰਬਾਰੀ ਹੁੰਦੇ ਆ। ਤਵਾਰੀਖ ਕਹਿੰਦੇ ਆ ਤਾਰੀਖ ਆਪਾਂ ਸੁਣਦੇ ਆ ਡੇਟ। ਤਾਰੀਖ ਦਾ ਮਤਲਬ ਇੱਕ ਦਿਨ, ਤਵਾਰੀਖ ਦਾ ਮਤਲਬ ਤਾਰੀਖ ਦਾ ਬਹੁਵਚਨ, ਮਤਲਬ ਬਹੁਤ ਸਾਰੇ ਦਿਨ। ਠੀਕ ਹੈ, ਤਵਾਰੀਖ ਦੇ ਲੇਖਕ ਜੋ ਸੀ ਸਕੱਤਰ, ਪ੍ਰਬੰਧਕ, ਕਵੀ ਅਤੇ ਦਰਬਾਰ ਵਿੱਚ ਪੜ੍ਹੇ ਲਿਖੇ ਵਿਅਕਤੀ ਸੀ। ਉਹ ਇਹ ਕੀ ਕਰਦੇ ਸੀ ਕਿ ਜੋ ਵੀ ਦਰਬਾਰ ਦੇ ਵਿੱਚ ਘਟਨਾਵਾਂ ਹੋ ਰਹੀਆਂ ਸੀ ਔਰ ਪ੍ਰਸ਼ਾਸਨ ਦੇ ਜਿਸ ਸ਼ਾਸਕ ਦੁਆਰਾ ਕੋਈ ਵੀ ਪ੍ਰਸ਼ਾਸਨ ਦੇ ਤਰੀਕੇ ਨੂੰ ਅਪਣਾ ਕੇ ਸ਼ਾਸਨ ਕੀਤਾ ਜਾ ਰਿਹਾ ਸੀ, ਉਹਨਾਂ ਦਾ ਬਿਊਰਾ ਲਿਖਦੇ ਸੀ। ਨਾਲ ਹੀ ਨਾਲ ਇਹ ਕੀ ਕਰਦੇ ਸੀ ਕਿ ਉਹਨਾਂ ਨੂੰ ਨਿਆਂ ਸੰਗਤ ਸ਼ਾਸਨ ਦੇ ਮਹੱਤਵ ਤੇ ਵੀ ਬਲ ਦਿੰਦੇ ਸੀ ਕਿ ਜੋ ਵੀ ਸ਼ਾਸਕ ਰਾਜਾ ਸ਼ਾਸਨ ਕਰ ਰਿਹਾ ਹੈ ਉਹ ਪੂਰੇ ਨਿਆਂਪੂਰਵਕ ਤਰੀਕੇ ਦੇ ਨਾਲ ਹੀ ਸ਼ਾਸਨ ਕਰੇ। ਇਹਨਾਂ ਤੋਂ ਹੀ ਆਪਾਂ ਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਦਿੱਲੀ ਦੇ ਸੁਲਤਾਨਾਂ ਨੇ ਕਿਵੇਂ ਸ਼ਾਸਨ ਕੀਤਾ। ਨਾਲ ਹੀ ਕੁਝ ਇਤਿਹਾਸਕਾਰ ਹੋਏ, ਜਿਵੇਂ ਮਿਨਾਜੇ ਸਿਰਾਜ ਹੋਇਆ, ਜਿਸ ਨੇ ਰਜੀਆ ਸੁਲਤਾਨ ਬਾਰੇ ਵੀ ਲਿਖਿਆ ਔਰ ਨਾਲ ਹੀ ਹਿੰਦੁਸਤਾਨ ਦੇ ਬਾਰੇ ਵੀ ਦੱਸਿਆ ਸੀ, ਜਿਵੇਂ ਕਿ ਪਹਿਲੇ ਚੈਪਟਰ ਦੇ ਵਿੱਚ ਮੈਂ ਮਿਨਾਜੇ ਸਿਰਾਜ ਬਾਰੇ ਦੱਸਿਆ ਸੀ ਤੁਹਾਨੂੰ। ਠੀਕ ਹੈ, ਇਹ ਤਵਾਰੀਖ ਦੇ ਲੇਖਕ ਜੋ ਸੀ ਨਗਰਾਂ ਦੇ ਵਿੱਚ ਰਹਿੰਦੇ ਸੀ ਅਤੇ ਇਨਾਮ ਪਾਉਣ ਦੀ ਆਸ਼ਾ ਦੇ ਵਿੱਚ ਕੀ ਕਰਦੇ ਸੀ ਕਿ ਜਨਮ ਸਿੱਧ ਅਧਿਕਾਰ ਅਤੇ ਲਿੰਗ ਭੇਦਭਾਵ ਦੇ ਉੱਪਰ ਜੋ ਆਧਾਰਿਤ ਸਮਾਜ ਹੈ ਉਸ ਦੀ ਵਿਵਸਥਾ ਬਣੀ ਰਹੇ। ਇਹ ਦੋ ਵਰਡ ਜੋ ਹੈ ਇੰਪੋਰਟੈਂਟ ਆ। ਜੋ ਤਵਾਰੀਖ ਦੇ ਲੇਖਕ ਸੀ ਉਹ ਕੀ ਚਾਹੁੰਦੇ ਸੀ ਕਿ ਜਨਮ ਸਿੱਧ ਅਧਿਕਾਰ ਮਤਲਬ ਜੋ ਵੀ ਰਾਜੇ ਦਾ ਪੁੱਤਰ ਹੈ ਉਹੀ ਰਾਜਾ ਬਣੇ, ਔਰ ਲਿੰਗ ਭੇਦਭਾਵ ਤੇ ਆਧਾਰਿਤ ਜੋ ਸਮਾਜ ਹੈ, ਆਦਰਸ਼ ਸਮਾਜ, ਮਤਲਬ ਔਰਤਾਂ ਦੀ ਸਥਿਤੀ ਜੋ ਹੈ ਸਿਰਫ ਘਰੇਲੂ ਕੰਮ ਕਰਨ ਲਈ ਬਣੀ ਹੋਈ ਹੈ ਔਰ ਜੋ ਮਰਦ ਜੋ ਹੈ ਉਹ ਸੱਤਾ ਕਰਨ ਲਈ ਬਣੇ ਹੋਏ ਆ। ਇਹੀ ਲਿੰਗ ਭੇਦਭਾਵ ਤੇ ਆਧਾਰਿਤ ਜੋ ਹੈ ਆਦਰਸ਼ ਸਮਾਜ ਸੀ। ਉਸ ਦੀ ਵਿਵਸਥਾ ਨੂੰ ਬਣਾ ਕੇ ਰੱਖਣ ਦਾ ਕੰਮ ਕਰਦੇ ਸੀ ਤਵਾਰੀਖ ਦੇ ਲੇਖਕ। ਠੀਕ ਹੈ, ਇਹਨਾਂ ਨੇ ਕੀ ਕੀਤਾ ਕਿ ਔਰਤ ਜਾਤੀ ਨੂੰ ਉੱਪਰ ਹੀ ਉੱਠਣ ਨਹੀਂ ਦਿੱਤਾ। ਜਦੋਂ ਰਜੀਆ ਜੋ ਸੀ ਸੁਲਤਾਨ ਬਣੀ ਤਾਂ ਉਦੋਂ ਦੇ ਜੋ ਵੀ ਅਮੀਰ ਸੀ, ਜੋ ਵੀ ਦੀਵਾਨ ਸੀ ਉਹਦੇ ਕਾਲ ਦੇ ਵਿੱਚ, ਉਹਨਾਂ ਨੇ ਕੀ ਕੀਤਾ ਕਿ ਉਸ ਦਾ ਵਿਰੋਧ ਕੀਤਾ ਕਿ ਰਜੀਆ ਸੁਲਤਾਨ ਕਿਵੇਂ ਬਣ ਸਕਦੀ ਹੈ, ਇਹ ਤਾਂ ਇੱਕ ਔਰਤ ਹੈ। ਉਸ ਸਮੇਂ ਇੱਕ ਇਤਿਹਾਸਕਾਰ ਸੀ ਮਿਨਾਜ ਸਿਰਾਜ, ਜਿਸ ਨੇ ਰਜੀਆ ਦੇ ਸੁਲਤਾਨ ਬਣਨ ਤੇ ਜਦੋਂ ਉਸਨੇ ਇਤਿਹਾਸ ਲਿਖਿਆ ਉਦੋਂ ਤਾਂ ਲਿਖਿਆ ਕਿ ਰਜੀਆ ਜੋ ਹੈ ਸੁਲਤਾਨ ਬਣੀ ਹੈ ਤਾਂ ਵਧੀਆ ਗੱਲ ਹੈ, ਲੇਕਿਨ ਜਦੋਂ ਰਜੀਆ ਮਾਰੀ ਗਈ ਤਾਂ ਉਸਨੇ ਆਪਣੇ ਇਤਿਹਾਸ ਦੇ ਵਿੱਚ ਜੋ ਵੀ ਲਿਖਿਆ ਸੀ ਉਸ ਨੂੰ ਪਲਟ ਕੇ ਰੱਖਤਾ ਪੂਰੀ ਦੀ ਪੂਰੀ ਤਰ੍ਹਾਂ। ਮਤਲਬ ਉਹ ਚਾਹੁੰਦੇ ਸੀ ਕਿ ਲਿੰਗ ਭੇਦਭਾਵ ਦੇ ਉੱਪਰ ਜੋ ਆਦਰਸ਼ ਸਮਾਜ ਹੈ ਉਸ ਦੀ ਵਿਵਸਥਾ ਨਾ ਹਿੱਲੇ। ਠੀਕ ਹੈ, ਇਸ ਤੋਂ ਬਾਅਦ ਕੀ ਹੋਇਆ ਕਿ ਇਲਤੁਤਮਿਸ਼ ਦੀ ਧੀ ਸੀ ਰਜੀਆ ਸੁਲਤਾਨ। ਅਗਰ ਤੁਹਾਨੂੰ ਕੁਐਸਚਨ ਪੁੱਛਿਆ ਜਾਏ ਰਜੀਆ ਸੁਲਤਾਨ ਕਿਸ ਦੀ ਧੀ ਸੀ ਤਾਂ ਉਸ ਦੇ ਪਿਤਾ ਦਾ ਨਾਮ ਸੀ ਇਲਤੁਤਮਿਸ਼, ਜੋ 1236 ਦੇ ਵਿੱਚ ਗੱਦੀ ਤੇ ਬੈਠੀ ਔਰ 1240 ਦੇ ਵਿੱਚ ਉਸ ਦੀ ਮੌਤ ਹੋ ਗਈ। ਠੀਕ ਹੈ, ਇਸ ਤੋਂ ਬਾਅਦ ਦੋ ਹੋਰ ਔਰਤਾਂ ਆਈਆਂ ਜਿਨ੍ਹਾਂ ਨੇ ਸ਼ਾਸਨ ਦੇ ਵਿੱਚ ਹੱਥ ਅਜਮਾਇਆ, ਜੋ ਮਤਲਬ ਗੱਦੀ ਦੇ ਉੱਪਰ ਬੈਠੀਆਂ। ਉਹਨਾਂ ਦੇ ਵਿੱਚ ਦੂਸਰੀ ਔਰਤ ਹੈ ਆਂਧਰਾ ਪ੍ਰਦੇਸ਼ ਦੇ ਵਰੰਗਲ ਖੇਤਰ ਦੇ ਵਿੱਚ ਕਾਤਕੀ ਵੰਸ਼ ਦੀ ਰਾਣੀ ਰੁਦਰਮਾ ਦੇਵੀ। ਠੀਕ ਹੈ, ਇਸ ਦਾ ਨਾਂ ਜੋ ਸੀ ਪੁਰਸ਼ ਹੋਣ ਦਾ ਭੇਦ ਕੀਤਾ ਹੈ। ਰੁਦਰਮਾ ਦੇਵੀ ਦੇ ਉੱਪਰ ਇੱਕ ਫਿਲਮ ਵੀ ਬਣੀ ਹੋਈ ਹੈ ਸਾਊਥ ਦੇ ਵਿੱਚ। ਠੀਕ ਹੈ, ਰੁਦਰਮਾ ਦੇਵੀ ਜੋ ਸੀ ਉਹ ਕਾਤਕੀ ਵੰਸ਼ ਦੀ ਰਾਣੀ ਸੀ ਔਰ ਵਰੰਗਲ ਖੇਤਰ ਦੇ ਵਿੱਚ ਰਹਿੰਦੀ ਸੀ। ਇਹਨੇ ਕੀ ਕੀਤਾ ਕਿ ਪੁਰਸ਼ ਦਾ ਭੇਸ ਧਾਰਨ ਕਰ ਲਿਆ। ਇਹਨੇ ਇਹ ਨਹੀਂ ਇਲਮ ਹੋਣ ਦਿੱਤਾ ਕਿਸੇ ਨੂੰ ਕਿ ਇਹ ਔਰਤ ਹੈ।
ਇੱਕ ਰਾਣੀ ਹੋਰ ਹੋਈ ਜਿਸ ਦਾ ਨਾਮ ਸੀ ਦਿੱਦਾ। ਇਹ ਕਸ਼ਮੀਰ ਦੀ ਰਾਣੀ ਸੀ। ਇਸ ਨੂੰ ਦੀਦੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਲੋਕ ਇਸ ਨੂੰ ਦੀਦੀ ਕਹਿੰਦੇ ਸੀ, ਇਸ ਲਈ ਇਸ ਨੂੰ ਮਹਾਰਾਣੀ ਦਿੱਦਾ ਵੀ ਕਿਹਾ ਜਾਂਦਾ ਹੈ। ਠੀਕ ਹੈ, ਇਹ 3 ਔਰਤਾਂ ਹੋਈਆਂ ਜੋ ਮਿਡੀਵਲ ਹਿਸਟਰੀ ਦੇ ਵਿੱਚ ਮਹੱਤਵਪੂਰਨ ਸਥਾਨ ਰੱਖਦੀਆਂ। ਇਸ ਤੋਂ ਬਾਅਦ ਗੱਲ ਕਰਦੇ ਹਾਂ ਦਿੱਲੀ ਸਲਤਨਤ ਦਾ ਵਿਸਤਾਰ ਕਿਵੇਂ ਹੋਇਆ। ਕੀ ਹੋਇਆ ਕਿ 13ਵੀਂ ਸਦੀ ਦੇ ਮੁੱਢਲੇ ਸਾਲਾਂ ਦੇ ਵਿੱਚ ਸੁਲਤਾਨਾਂ ਨੇ ਆਪਣੇ ਗੈਰੀਸਨ ਸ਼ਹਿਰਾਂ ਨੂੰ ਵਸਾਉਣਾ ਸ਼ੁਰੂ ਕਰਤਾ। ਗੈਰੀਸਨ ਸ਼ਹਿਰ ਉਹ ਹੁੰਦੇ ਸੀ ਜੋ ਕਿਲੇਬੰਦ ਜਗ੍ਹਾ ਜਿੱਥੇ ਸੈਨਿਕ ਰਹਿੰਦੇ ਸੀ, ਉਹਨਾਂ ਨੂੰ ਗੈਰੀਸਨ ਸ਼ਹਿਰ ਕਿਹਾ ਜਾਂਦਾ ਸੀ। ਠੀਕ ਹੈ, ਗੈਰੀਸਨ ਸ਼ਹਿਰਾਂ ਦਾ ਵਿਸਤਾਰ ਜੋ ਸੀ ਉਹ ਬਲਬਨ, ਅਲਾਉਦੀਨ ਖਿਲਜੀ ਅਤੇ ਮੁਹੰਮਦ ਤੁਗਲਕ ਦੇ ਸ਼ਾਸਨ ਦੇ ਕਾਲ ਦੇ ਵਿੱਚ ਵੀ ਹੁੰਦਾ ਰਿਹਾ। ਇਸ ਤੋਂ ਬਾਅਦ ਮਸਜਿਦ ਬਾਰੇ ਪੜਾਂਗੇ। ਅਗਰ ਇੱਥੋਂ ਤੱਕ ਕੋਈ ਡਾਊਟ ਹੈ ਤਾਂ ਦੱਸ ਦਿਓ। ਮਸਜਿਦ ਦੇ ਬਾਰੇ ਆਪਣਾ ਜਾਣਨਾ ਜ਼ਰੂਰੀ ਹੈ ਕਿ ਮਸਜਿਦ ਦੇ ਵਿੱਚ ਕੀ ਕੀ ਆ। ਮਸਜਿਦ ਦੇ ਉੱਪਰ ਡਾਇਰੈਕਟ ਕੁਐਸਚਨ ਪੁੱਛਿਆ ਜਾਂਦਾ ਹੈ। ਹਾਂਜੀ ਹੈ। ਹਾਂਜੀ, ਰਜੀਆ ਸੁਲਤਾਨ ਜੋ ਸੀ ਉਹ 1236 ਦੇ ਵਿੱਚ ਸ਼ਾਸਕ ਬਣੀ ਔਰ 1240 ਦੇ ਵਿੱਚ ਉਸ ਦੀ ਹੱਤਿਆ ਕਰ ਦਿੱਤੀ ਸੀ। 1240 ਤੱਕ ਸਿਰਫ, ਹਾਂਜੀ ਹਾਂ ਮੈਂ ਉਹੀ ਕਹਿ ਰਿਹਾ ਨਾ, ਰਜੀਆ ਸੁਲਤਾਨ ਜੋ ਸੀ ਉਹ ਇਲਤੁਤਮਿਸ਼ ਦੀ ਧੀ ਸੀ ਔਰ 1236 ਦੇ ਵਿੱਚ ਉਹ ਰਾਣੀ ਬਣੀ, ਮਤਲਬ ਸੁਲਤਾਨ ਬਣੀ, ਔਰ 1240 ਦੇ ਵਿੱਚ ਉਸ ਨੂੰ ਗੱਦੀ ਤੋਂ ਹਟਾ, ਮਤਲਬ ਉਸ ਦੀ ਹੱਤਿਆ ਕਰਤੀ। ਹਾਂਜੀ ਹਾਂਜੀ ਬੋਲੋ। ਪੇਪਰ ਕਦੋਂ ਹੋਣਾ ਜਿੰਨੇ ਵੀ ਪੇਪਰ ਹੋ ਰਿਹਾ ਉਹ ਅਗਸਤ ਔਰ ਸਤੰਬਰ ਦੇ ਵਿੱਚ ਹੀ ਹੋ ਰਿਹਾ, ਸੋ ਚਾਂਸ ਉਦੋਂ ਤੱਕ ਹੀ ਆ। ਤੇ ਕਿੰਨੇ ਵਾਲਾ ਪਾਸ ਕਰਨਾ? ਇਹ ਵੀਰੇ ਮੈਰਿਟ ਦੇ ਬੇਸ ਤੇ ਹੀ ਆ। ਐਮਸੀਕਿਊ ਟਿਕ ਲਾਉਣੇ ਆ ਕਿਵੇਂ? ਐਮਸੀਕਿਊ ਟਿਕ ਲਾਉਣੇ ਨੇ। ਹਾਂ ਹਾਂ ਐਮਸੀਕਿਊ ਹੀ ਬੇਸ ਹੁੰਦੇ ਆ ਪੇਪਰ ਜਿੰਨੇ ਵੀ ਹੁੰਦੇ ਆ। ਸਰ ਮੈਥ ਦੀ ਕਲਾਸ ਤੇ ਕਦੋਂ ਲੱਗਦੀ ਰੀਜ਼ਨਿੰਗ? ਮੈਥ ਵੀਰੇ ਨਹੀਂ ਹੋ ਸਕਦਾ ਜ਼ੂਮ ਮੀਟਿੰਗ ਤੇ। ਇੱਕ ਵਾਰੀ ਜੋ ਟੌਪਿਕ ਚੱਲ ਰਿਹਾ ਉਹਦੇ ਬਾਰੇ ਹੀ ਡਿਸਕਸ ਕਰਨ ਦੋ, ਫਿਰ ਗੱਲ ਕਰਦੇ ਹਾਂ ਕਿਉਂਕਿ ਸਿਰਫ 7 ਮਿੰਟ ਰਹਿ ਗਿਆ। ਮਸਜਿਦ ਦੇ ਬਾਰੇ ਮੈਂ ਮੇਨ ਚੀਜ਼ਾਂ ਦੱਸ ਦਿੰਦਾ ਤੁਹਾਨੂੰ। ਮਸਜਿਦ ਦੇ ਵਿੱਚ ਇੱਕ ਥੰਬੇ ਵਾਲੀ ਜਗ੍ਹਾ ਹੁੰਦੀ ਹੈ ਜਿਸ ਨੂੰ ਲਿਵਾਨ ਕਹਿੰਦੇ ਆ। ਠੀਕ ਹੈ, ਮਸਜਿਦ ਦੇ ਵਿੱਚ ਇੱਕ ਖੰਬੇ ਵਾਲੀ ਜਗ੍ਹਾ ਹੁੰਦੀ ਹੈ ਜਿਸ ਨੂੰ ਲਿਵਾਨ ਕਹਿੰਦੇ ਆ। ਠੀਕ ਹੈ, ਔਰ ਦੂਸਰਾ ਮਸਜਿਦ ਦੇ ਵਿੱਚ ਇੱਕ ਕਿਬਲੇ ਦੇ ਆਖਰੀ ਸਿਰੇ ਨੂੰ ਮੁਮਸੁਰਾ ਕਹਿੰਦੇ ਆ। ਕਿਬਲਾ ਕੀ ਹੁੰਦਾ ਹੈ? ਕਿਬਲਾ ਉਹ ਹੁੰਦਾ ਹੈ ਨਮਾਜ਼ ਦੇ ਦੌਰਾਨ ਮੁਸਲਮਾਨ ਜਦੋਂ ਨਮਾਜ਼ ਪੜ੍ਹਦੇ ਆ ਤਾਂ ਉਹ ਮੱਕੇ ਦੇ ਵੱਲ ਮੂੰਹ ਕਰਕੇ ਖੜੇ ਹੋ ਜਾਂਦੇ ਆ। ਮੱਕੇ ਵੱਲ ਦੀ ਦਿਸ਼ਾ ਨੂੰ ਹੀ ਕਿਬਲਾ ਕਿਹਾ ਜਾਂਦਾ ਹੈ। ਠੀਕ ਹੈ, ਔਰ ਕਿਬਲੇ ਦੇ ਆਖਰੀ ਸਿਰੇ ਨੂੰ ਮੁਮਸੁਰਾ ਕਹਿੰਦੇ ਆ। ਮਸਜਿਦ ਦਾ ਜੋ ਆਂਗਣ ਹੁੰਦਾ ਹੈ ਉਸ ਨੂੰ ਸਹਿਣ ਕਿਹਾ ਜਾਂਦਾ ਹੈ। ਠੀਕ ਹੈ, ਸਹਿਣ, ਮਸਜਿਦ ਦੇ ਆਂਗਣ ਨੂੰ ਸਹਿਣ ਕਹਿੰਦੇ ਆ। ਔਰ 2 ਹੋਰ ਪੁਆਇੰਟ ਆ ਮਸਜਿਦ ਦੇ ਵਿੱਚ। ਇੱਕ ਕੁਵਤ, ਇੱਕ ਮਿੰਟ ਵੀਰੇ, ਕੁਵਤ ਉਲ ਇਸਲਾਮ ਮਸਜਿਦ ਹੈ ਜਿਸ ਦਾ ਵਿਸਤਾਰ ਇਲਤੁਤਮਿਸ਼ ਔਰ ਅਲਾਉਦੀਨ ਖਿਲਜੀ ਨੇ ਕੀਤਾ। ਔਰ ਦੂਸਰੀ ਮਸਜਿਦ ਹੈ ਬੇਗਮਪੁਰੀ ਮਸਜਿਦ ਜੋ ਮੁਹੰਮਦ ਤੁਗਲਕ ਦੇ ਕਾਲ ਦੇ ਵਿੱਚ ਦਿੱਲੀ ਦੀ ਰਾਜਧਾਨੀ ਦੇ ਵਿੱਚ ਬਣਾਈ ਗਈ। ਠੀਕ ਹੈ, ਬਸ ਇਹੀ ਮਸਜਿਦ ਦੇ ਬਾਰੇ ਪੁਆਇੰਟ ਸੀ, ਇਹ ਤੁਸੀਂ ਯਾਦ ਰੱਖਿਓ। ਇਹਨਾਂ ਦੇ ਉੱਪਰ ਕਈ ਵਾਰੀ ਕੁਐਸਚਨ ਪੁੱਛ ਲੈਂਦੇ ਆ। ਹਾਂਜੀ ਹੁਣ ਕਿਸੇ ਦਾ ਕੋਈ ਡਾਊਟ ਹੈ ਤਾਂ ਪੁੱਛ ਲਓ।